ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਅੰਦਰ ਸੱਜ ਬੈਠੇ ਗੁਰੂ ਕੀਆਂ ਸੰਗਤਾਂ, ਗੁਰੂ ਰੂਪ ਖਾਲਸਾ ਜੀ। ਆਓ ਇਤਿਹਾਸ ਦੀ ਲੜੀ ਨੂੰ ਅੱਗੇ ਤੋਰੀਏ। ਧੰਨ ਗੁਰੂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਸੁਰਤ ਜੋੜਨ ਦੀ ਆਪਣੀ ਨਿਮਾਣੀ ਜਿਹੀ ਕੋਸ਼ਿਸ਼ ਕਰੀਏ। ਅਸੀਸਾਂ ਬਖਸ਼ੋ ਤੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਨੇ ਇਤਿਹਾਸ ਦੇ ਵਿੱਚ ਕੱਲ੍ਹ ਸਰਵਣ ਕੀਤਾ ਸੀ ਕਿ ਮੁਮਤਾਜ਼ ਜਿਨ੍ਹਾਂ ਦੇ ਬਾਬਤ ਉਹਨਾਂ ਦੇ ਅੱਬਾ ਨੇ ਇਹ ਆਖਿਆ ਕਿ ਇਸ ਕਮਰੇ ਦੇ ਵਿੱਚ ਮੇਰੀ ਬੇਟੀ ਤੇ ਦਮਾਦ ਹੈ। ਭਾਈ ਬਚਿੱਤਰ ਸਿੰਘ ਜੀ ਚੜ੍ਹਾਈ ਕਰ ਗਏ। ਜਿਸ ਵਕਤ ਸੱਚਖੰਡ ਬਿਆਨਾ ਕਰ ਗਏ, ਉਹਨਾਂ ਦਾ ਸੰਸਕਾਰ ਆਪਣੀ ਹਵੇਲੀ ਦੇ ਵਿੱਚ ਹੀ ਨਿਹੰਗ ਖਾਂ ਨੇ ਆਪਣੇ ਨਾਲ 2 ਸਾਥੀਆਂ ਨੂੰ ਲੈ ਕੇ ਕੀਤਾ ਤੇ ਅੰਗੀਠਾ ਸਾਹਿਬ ਦੀ ਸੰਭਾਲ ਕੀਤੀ। ਉਸ ਤੋਂ ਬਾਅਦ ਮੁਮਤਾਜ਼ ਜੋ ਮੰਗੀ ਹੋਈ ਸੀ, ਉਹਦੇ ਵਿਆਹ ਦੀ ਗੱਲ ਚੱਲੀ। ਜਿਸ ਵਕਤ ਉਹਦੇ ਨਿਕਾਹ ਦੀ ਗੱਲ ਚੱਲੀ ਤੇ ਉਹਨੇ ਆਪਣੀ ਮਾਂ ਜੈਨਾ ਨੂੰ ਆਖਿਆ, ਮੈਂ ਵਿਆਹ ਨਹੀਂ ਕਰਾਉਣਾ, ਕਿਉਂਕਿ ਮੈਂ ਭਾਈ ਬਚਿੱਤਰ ਸਿੰਘ ਜੋ ਸ਼ਹੀਦ ਹੋ ਚੁੱਕੇ ਸਨ ਉਹਨਾਂ ਦੇ ਬਾਬਤ ਇਹ ਆਖਿਆ ਕਿ ਉਹਨਾਂ ਨੂੰ ਮੈਂ ਆਪਣਾ ਪਤੀ ਮੰਨ ਚੁੱਕੀ ਹਾਂ। ਉਹਨਾਂ ਨੂੰ ਬਹੁਤਾ ਮਜਬੂਰ ਨਾ ਕੀਤਾ ਗਿਆ। ਖੈਰ, ਉਸ ਤੋਂ ਬਾਅਦ ਉਹ ਬੰਦਗੀ ਦੇ ਵਿੱਚ ਹੀ ਰਹੇ। ਕੁਝ ਸਮਾਂ ਬੀਤਣ ਤੋਂ ਬਾਅਦ ਉਹਨਾਂ ਨੇ ਆਪਣੇ ਅੱਬਾ ਦੇ ਕੋਲ, ਆਪਣੇ ਪਿਤਾ ਦੇ ਕੋਲ ਇੱਛਾ ਜ਼ਾਹਰ ਕੀਤੀ ਕਿ ਮੈਨੂੰ ਇਕਾਂਤ ਚਾਹੀਦਾ ਹੈ। ਇਸ ਕਰਕੇ ਉਹਨਾਂ ਦੇ ਅੱਬਾ ਨੇ, ਨਿਹੰਗ ਖਾਂ ਨੇ, ਬੜਾ ਪਿੰਡ ਦੇ ਵਿੱਚ ਇੱਕ ਕਿਲ੍ਹਾ ਪਹਾੜੀਆਂ ਦੇ ਵਿੱਚ ਬਣਾ ਕੇ ਦਿੱਤਾ, ਜਿੱਥੇ ਬੀਬੀ ਮੁਮਤਾਜ਼ ਜੀ 125 ਸਾਲ ਤੋਂ ਵੱਧ ਉਮਰ ਉਸ ਜਗ੍ਹਾ 'ਤੇ ਰਹਿ ਸੱਤ ਨਿਭਾਇਆ ਤੇ ਹਮੇਸ਼ਾ ਗੁਰੂ ਕਲਗੀਧਰ ਪਿਤਾ ਮਹਾਰਾਜ ਨੂੰ ਯਾਦ ਕਰਦੇ ਰਹੇ। ਮੁਮਤਾਜ਼ ਜੀ ਦੇ ਬਾਬਤ ਇਤਿਹਾਸ ਵਿੱਚ ਲਿਖਿਆ ਕਿ ਗਾਇਆ ਕਰਦੇ ਸਨ ਕਦੇ ਇਸ ਤਰ੍ਹਾਂ ਵਜ਼ਦ ਵਿੱਚ ਆ ਕੇ, ਤੇ ਕਹਿੰਦੇ ਹੁੰਦੇ ਸਨ, ਭਾਣੇ ਦਾ ਆਖਾ ਬਿੰਦ ਗੁਰੂ ਗੋਬਿੰਦ ਸਿੰਘ, ਵਾਹ ਵਾਹ ਗੁਰੂ ਗੋਬਿੰਦ ਸਿੰਘ, ਹਰਤਾ ਕਰਤਾ ਗੁਰੂ ਗੋਬਿੰਦ ਸਿੰਘ। ਇਸ ਤਰ੍ਹਾਂ ਸਦਕ ਦੀ ਮੂਰਤ ਬੰਦਗੀ ਕਰਦਿਆਂ ਕਰਦਿਆਂ ਲਮੇਰੀ ਆਰਜੂ ਸੱਤ ਦੇ ਵਿੱਚ ਰਹਿ ਕੇ ਹੰਢਾ ਕੇ ਸੱਚਖੰਡ ਬਿਆਨਾ ਕਰ ਗਏ। ਉਹਨਾਂ ਦੀ ਯਾਦ ਵਿੱਚ ਅੱਜ ਗੁਰਦੁਆਰਾ ਸਾਹਿਬ ਉੱਥੇ ਮੁਮਤਾਜ਼ ਸਾਹਿਬ ਬਣਿਆ ਹੋਇਆ ਹੈ। ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਜਦੋਂ ਚੜ੍ਹਾਈ ਕੀਤੇ ਨੇ ਤੇ ਉਹਨਾਂ ਦੀ ਯਾਦ ਵਿੱਚ ਪਵਿੱਤਰ ਸਥਾਨ ਗੁਰਦੁਆਰਾ ਸਾਹਿਬ ਭਾਈ ਬਚਿੱਤਰ ਸਿੰਘ ਜੀ ਬਣਿਆ ਹੋਇਆ। ਉੱਥੇ ਭਾਈ ਸਾਹਿਬ ਜੀ ਦੇ ਗੈਂਡੇ ਦੀ ਢਾਲ ਦੇ ਦਰਸ਼ਨ ਹੁੰਦੇ ਨੇ। ਸਾਧ ਸੰਗਤ, ਕੱਲ ਆਪਾਂ ਵਿਚਾਰਿਆ ਸੀ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਚਮਕੌਰ ਸਾਹਿਬ ਪਹੁੰਚ ਗਏ। ਜਿਹੜਾ ਨਿਹੰਗ ਖਾਂ ਦਾ ਪੁੱਤਰ ਹੈ ਆਲਮ ਖਾਂ, ਉਹ ਮਹਾਰਾਜ ਨੂੰ ਰਸਤੇ ਦੀ ਅਗਵਾਈ ਕਰਦਿਆਂ ਹੋਇਆਂ ਆਪ ਚਮਕੌਰ ਸਾਹਿਬ ਤੱਕ ਲੈ ਕੇ ਗਿਆ। ਚਮਕੌਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਸ ਵਕਤ ਚਮਕੌਰ ਦੇ ਅੰਦਰ ਮਹਾਰਾਜ ਸਾਹਿਬ ਜੀ ਦਾ ਆਗਮਨ ਹੋਇਆ ਤੇ ਪਹੁ ਫੁਟਾਲਾ ਸੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਬਾਗ ਦੇ ਵਿੱਚ ਠਹਿਰੇ ਨੇ, ਚਮਕੌਰ ਤੋਂ ਬਾਹਰ ਇੱਕ ਬਾਗ, ਉਹਦੇ ਵਿੱਚ ਆਪਣੇ ਸਿੰਘਾਂ ਖਾਲਸੇ ਦੇ ਸਮੇਤ ਮਹਾਰਾਜ ਸਾਹਿਬ ਨੇ ਜਾ ਕੇ ਟਿਕਾਣਾ ਕੀਤਾ। ਤੇ ਸਾਧ ਸੰਗਤ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਹਿਬਾਨ ਭਾਈ ਮੋਹਕਮ ਸਿੰਘ ਜੀ ਦੇ ਸੱਦੇ ਦੇ ਉੱਤੇ ਬਾਗ ਦਾ ਮਾਲਕ ਆਇਆ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਨੂੰ ਆਣ ਕੇ ਮਿਲਿਆ, ਦਿਦਾਰੇ ਕੀਤੇ। ਉਹਦਾ ਨਾਮ ਬੁੱਧੀ ਚੰਦ ਰੌਂਤ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਨੂੰ ਆਖਿਆ, ਮਹਾਰਾਜ ਮੇਰੀ ਗੜੀ ਦੇ ਵਿੱਚ ਆਪ ਜੀ ਕਿਰਪਾ ਕਰਕੇ ਟਿਕਾਣਾ ਕਰੋ। ਸਤਿਗੁਰੂ ਮਹਾਰਾਜ ਨੇ ਬੁੱਧੀ ਚੰਦ ਰੌਂਤ ਦੀ ਕੱਚੀ ਗੜੀ ਦੇ ਅੰਦਰ ਆਪਣੇ ਸਾਥੀ ਸਿੰਘਾਂ ਦੇ ਸਮੇਤ ਟਿਕਾਣਾ ਕੀਤਾ ਤੇ ਵੱਖਰੀਆਂ ਵੱਖਰੀਆਂ ਪੋਜੀਸ਼ਨਾਂ ਦੇ ਉੱਪਰ, ਜਿਵੇਂ ਇੱਕ ਬੜਾ ਸਿਆਣਾ ਸੁਘੜ ਜਰਨੈਲ ਆਪਣੇ ਸਿਪਾਹੀਆਂ ਨੂੰ ਖਿਲਾਰਦਾ, ਇਸ ਤਰ੍ਹਾਂ ਮਹਾਰਾਜ ਨੇ 8-8 ਦੇ ਦਸਤਿਆਂ
ਗਿਣਤੀ ਦੇ ਅੰਦਰ 8-8 ਸਿੰਘਾਂ ਨੂੰ ਜਿਹੜੇ ਗੜੀ ਦੇ ਚਾਰੇ ਕੋਨੇ ਸਨ ਉਹਨਾਂ ਉੱਤੇ ਖਿਲਾਰਿਆ, ਔਰ 2 ਸਿੰਘ ਮਹਾਰਾਜ ਸਾਹਿਬ ਜੀ ਦੇ ਹੁਕਮਾਂ ਦੇ ਸਦਕਾ ਕੱਚੀ ਗੜੀ ਦੇ ਦਰਵਾਜ਼ੇ ਦੇ ਉੱਪਰ ਪਹਿਰਾ ਦੇਣ ਲੱਗੇ। ਤੇ ਮਹਾਰਾਜ ਸਾਹਿਬ ਜੀ ਨੇ ਦੋਵੇਂ ਆਪਣੇ ਲਾਲ ਤੇ ਸਾਧ ਸੰਗਤ 5 ਪਿਆਰੇ ਸਾਹਿਬਾਨ ਨੂੰ ਨਾਲ ਲੈ ਕੇ ਕੱਚੀ ਗੜੀ ਦੇ ਉੱਪਰ ਜਾ ਕੇ ਟਿਕਾਣਾ ਕੀਤਾ। ਇਸ ਤਰ੍ਹਾਂ ਨਾਲ ਕਹਿੰਦੇ ਹਨ ਕਿ ਜਾ ਕੇ ਰੋਪੜ ਦੇ ਵਿੱਚ ਕਿਸੇ ਨੇ ਸ਼ਿਕਾਇਤ ਕੀਤੀ। ਸ੍ਰੀ ਗੁਰ ਸੋਭਾ ਦੇ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਸ਼ਿਕਾਇਤ ਕੀਤੀ ਬੁੱਧੀ ਚੰਦ ਦੀ ਹਵੇਲੀ ਦੇ ਅੰਦਰ ਚਮਕੌਰ ਦੇ ਅੰਦਰ ਕੋਈ ਸਿੱਖ ਠਹਿਰੇ ਹੋਏ ਨੇ। ਉੱਥੇ ਸ੍ਰੀ ਗੁਰ ਸੋਭਾ ਦੇ ਵਿੱਚ ਬਚਨ ਲਿਖੇ ਹਨ ਕਿ ਤਬ ਦੂਤਨ ਕੀਨੇ ਲਿਖੇ ਤੁਮ ਚਲ ਆਇਓ ਦੌਰ, ਸਿੰਘ ਰਹੇ ਹੈ ਆਨ ਕੈ ਨਿਕਟ ਗਾਮ ਚਮਕੌਰ। ਇਸ ਤਰ੍ਹਾਂ ਨਾਲ ਜਿਸ ਵਕਤ ਸ਼ਿਕਾਇਤ ਕੀਤੀ ਗਈ ਤੇ ਸਾਧ ਸੰਗਤ ਫਿਰ ਬਹੁਤ ਵੱਡਾ ਮਲਖਈਆ, ਇਹਦੇ ਵਿੱਚ ਇੱਕ ਬੜਾ ਨਾਮੀ ਜਰਨੈਲ ਕਮਾਂਡਰ ਨਾਰ ਖਾਂ ਤੇ ਵਜ਼ੀਰ ਖਾਂ ਜਿਹੜਾ ਇਹਨਾਂ ਸਾਰਿਆਂ ਦੀ ਅਗਵਾਈ ਕਰਨ ਵਾਲਾ ਸੀ, ਇਹ ਸਾਰਾ ਮਲਖਈਆ ਚੜ੍ਹ ਕੇ ਆਇਆ ਔਰ ਆਣ ਕੇ ਚਮਕੌਰ ਸਾਹਿਬ ਦੇ ਵਿੱਚ ਇਹਨਾਂ ਨੇ ਇਸ ਇਲਾਕੇ ਦੇ ਉੱਪਰ ਕਬਜ਼ਾ ਕੀਤਾ ਪੂਰੀ ਤਰ੍ਹਾਂ ਨਾਲ। ਤੇ ਜਿਹੜੇ ਚਮਕੌਰ ਵਾਸੀ ਸਨ ਉਹ ਘਰ ਛੱਡ ਕੇ ਆਪਣੇ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਪਨਾਹ ਲੈ ਗਏ। ਚਮਕੌਰ ਸੁੰਨੀ ਹੋ ਗਈ। ਜਿਸ ਵਕਤ ਇਹਨਾਂ ਸਿਪਾਹੀਆਂ ਨੇ ਆਣ ਕੇ ਚਮਕੌਰ ਸਾਹਿਬ ਦੇ ਇਰਦ ਗਿਰਦ ਤੰਬੂ ਲਾਏ ਔਰ ਚਮਕੌਰ ਸਾਹਿਬ ਨੂੰ 4 ਛਪੇਰੇ ਤੋਂ ਘੇਰ ਲਿਆ। ਤੇ ਇਸ ਤਰ੍ਹਾਂ ਨਾਲ ਰਾਤ ਦੇ ਵੇਲੇ ਹਮਲਾ ਕਰਨਾ ਗਨੀਮਤ ਨਾ ਸਮਝਿਆ ਕਿ ਸਵੇਰ ਵੇਲੇ ਹਮਲਾ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਾਂ ਜਿਉਂਦਿਆਂ ਫੜ ਲਵਾਂਗੇ ਜਾਂ ਉਹਨਾਂ ਦੀ ਅਸੀਂ ਹੱਤਿਆ ਕਰ ਦੇਵਾਂਗੇ। ਇਸ ਤਰ੍ਹਾਂ ਦਾ ਇਹਨਾਂ ਦਾ ਮਨਸੂਬਾ ਸੀ। ਇਹ ਜਿਹੜੀ ਰਾਤ ਹੈ 7 ਪੋਹ 21 ਦਸੰਬਰ ਦੀ ਰਾਤ ਹੈ, ਜਿਹੜੀ ਸੱਚੇ ਪਾਤਸ਼ਾਹ ਮਹਾਰਾਜ ਨੇ ਚਮਕੌਰ ਸਾਹਿਬ ਦੀ ਕੱਚੀ ਹਵੇਲੀ ਦੇ ਅੰਦਰ ਕੱਟੀ ਹੈ। ਜਦੋਂ 8 ਪੋਹ ਦਾ ਦਿਨ ਚੜ੍ਹਿਆ ਉਸ ਵਕਤ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਇਸ ਕੱਚੀ ਗੜੀ ਦੇ ਉੱਤੇ ਹਮਲਾ ਕੀਤਾ ਗਿਆ। ਇਹ ਇਤਿਹਾਸ ਦੇ ਅੰਦਰ ਇੱਕ ਇਸ ਤਰ੍ਹਾਂ ਦਾ ਵਰਕਾ ਹੈ ਜਿਹਦਾ ਜਵਾਬ ਕਿਸੇ ਵੀ ਦੂਸਰੀ ਕੌਮ ਦੇ ਇਤਿਹਾਸ ਵਿੱਚ ਨਹੀਂ ਮਿਲਦਾ। ਅੱਜ ਤੱਕ ਇਸ ਤਰ੍ਹਾਂ ਦਾ ਨਾ ਕੋਈ ਜੰਗ ਹੋਇਆ ਤੇ ਨਾ ਕਿਸੇ ਨੇ ਇਸ ਤਰ੍ਹਾਂ ਦੇ ਜੰਗ ਬਾਰੇ ਸੁਣਿਆ ਹੋਵੇਗਾ, ਕਿਉਂਕਿ ਇਹ ਜੰਗ ਜਿਹੜਾ ਹੈ ਇਹਦੇ ਵਿੱਚ ਖਾਸੀਅਤ ਇਹ ਕਿ ਜ਼ਫਰਨਾਮੇ ਦੇ ਵਿੱਚ ਕਲਗੀਧਰ ਪਿਤਾ ਮਹਾਰਾਜ ਨੇ ਇੱਕ ਬੋਲ ਲਿਖਿਆ ਹੈ ਕਿ 10 ਲੱਖ ਦਾ ਮੁਲਖਈਆ ਸੀ। ਗੁਰੂ ਮਹਾਰਾਜ ਕੋਲ ਗਿਣਤੀ ਦੇ ਸਿੰਘ ਸਨ 40। ਜਿਹੜਾ 10 ਲੱਖ ਦਾ ਮੁਲਖਈਆ ਜ਼ਫਰਨਾਮੇ ਦੇ ਵਿੱਚ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਗੁਰ ਸਨਹਾ ਚਿਹਕਾਰੇ ਕੁਨਦ ਚਿਹਲ ਨਾਰ ਸਾਹਿਬ ਕਹਿੰਦੇ ਕਿ 10 ਲੱਖ ਬਿਆਇਦ ਕਿ 10 ਲੱਖ ਬਿਆਇਦ ਬਰੋ ਬੇਖਬਰ। ਸਤਿਗੁਰੂ ਕਹਿੰਦੇ ਕਿ ਭੁੱਖਣ ਭਾਣੇ 40 ਸਿੰਘਾਂ ਨੂੰ ਆਣ ਕੇ ਘੇਰ ਲਿਆ ਤੇ ਇਸ ਤਰ੍ਹਾਂ ਨਾਲ ਬੇਖਬਰ ਭਾਵ ਅਚਨਚੇਤ ਹਮਲਾ ਕੀਤਾ। ਇਹ ਅਣਮਿਣਵੀਂ ਜੰਗ ਸੀ। ਇਸ ਤਰ੍ਹਾਂ ਦੀ ਜੰਗ ਦੀ ਉਦਾਹਰਨ ਸੰਸਾਰ ਵਿੱਚ ਕਿਸੇ ਵੀ ਇਤਿਹਾਸ ਵਿੱਚ ਨਹੀਂ ਮਿਲਦੀ। ਤੇ ਗਰੀਬ ਨਵਾਜ਼ ਨੇ ਜ਼ਫਰਨਾਮੇ ਦੇ ਵਿੱਚ ਬਚਨ ਵੀ ਲਿਖੇ ਨੇ ਕਿ ਜਿਹੜਾ ਔਰੰਗਜ਼ੇਬ ਹੈ ਉਹਨੇ ਆਪਣੀ ਕਸਮ ਨੂੰ ਤੋੜਿਆ ਔਰ ਇਸ ਤਰ੍ਹਾਂ ਨਾਲ ਕਸਮਾਂ ਨੂੰ ਤੋੜ ਕੇ ਵਾਅਦਿਆਂ ਨੂੰ ਭੁਲਾ ਕੇ ਜਿਹੜੇ ਇਹ ਜਰਨੈਲ ਸਨ, ਮੁਗਲ ਜਰਨੈਲ ਤੇ ਪਹਾੜੀ ਰਾਜੇ, ਇਹਨਾਂ ਨੇ ਮਹਾਰਾਜ ਸਾਹਿਬ ਦੇ ਉੱਤੇ ਹਮਲਾ ਕੀਤਾ ਹੈ। ਜ਼ਫਰਨਾਮੇ ਦੇ ਵਿੱਚ ਸਾਹਿਬ ਜੀ ਕਹਿੰਦੇ ਕਿ ਪੈਮਾ ਸ਼ਿਕਨ ਬੇਦਰੰਗ ਆਮਦੰਦੋ। ਸਤਿਗੁਰੂ ਕਹਿੰਦੇ ਮਿਆਂ ਤੇ ਗੋਤੀਰੋ ਤੁਫੰਗ ਆਮਦੰਦੋ। ਸਾਹਿਬ ਨੇ ਆਖਿਆ ਵਚਨ ਤੋੜ ਕੇ ਅਣਗਿਣਤ ਸੈਨਾ ਚੜ੍ਹ ਕੇ ਆ ਗਈ ਤੇ ਮਹਾਰਾਜ ਜੀ ਕਹਿੰਦੇ ਅਚਨਚੇਤ ਹਮਲਾ ਕੀਤਾ ਹਥਿਆਰਾਂ ਦੇ ਨਾਲ। ਇਸ ਕਰਕੇ ਮਹਾਰਾਜ ਨੇ ਫਤਿਹਨਾਮਾ ਦੇ ਵਿੱਚ ਬਚਨ ਆਖਿਆ। ਫਤਿਹਨਾਮਾ ਦੇ ਵਿੱਚ ਔਰੰਗਜ਼ੇਬ ਨੂੰ ਕਲਗੀਧਰ ਪਿਤਾ ਕਹਿੰਦੇ ਨਾ ਜ਼ੇਬਦ ਤੁਰਾ ਨਾਮ ਔਰੰਗਜ਼ੇਬ। ਸਾਹਿਬ ਕਹਿੰਦੇ ਕਿ ਔਰੰਗਜ਼ੇਬਾਂ ਨਿਆਇਦ ਫਰੇਬ, ਤੇਰਾ ਨਾਂ ਔਰੰਗਜ਼ੇਬ ਮਹਾਰਾਜ ਸਾਹਿਬ ਕਹਿੰਦੇ ਚੰਗਾ ਨਹੀਂ ਲੱਗਦਾ। ਔਰੰਗਜ਼ੇਬ ਇਹ ਜਿਹੜਾ ਇਹਨੇ ਆਪਣੇ ਨਾਂ ਨਾਲ ਤਖੱਲਸ ਜੋੜਿਆ। ਮਹਾਰਾਜ ਕਹਿੰਦੇ ਔਰੰਗਜ਼ੇਬ, ਔਰੰਗ ਦਾ ਮਤਲਬ ਹੁੰਦਾ ਤਖਤ, ਜ਼ੇਬ ਦਾ ਮਤਲਬ ਹੁੰਦਾ ਸ਼ਿੰਗਾਰ।
ਮਤਲਬ ਜਿਹੜਾ ਤਖਤ ਉੱਤੇ ਬਵੇ ਤੇ ਤਖਤ ਸ਼ਿੰਗਾਰਿਆ ਜਾਵੇ। ਮਹਾਰਾਜ ਨੇ ਆਖਿਆ ਤੇਰੇ ਨਾਲ ਫਰੇਬੀਆ ਇਹ ਲੱਗਾ ਹੋਇਆ ਨਾ ਚੰਗਾ ਨਹੀਂ ਲੱਗਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜ਼ਫਰਨਾਮਾ ਦੀ ਪਵਿੱਤਰ ਆਪਣੀ ਬਾਣੀ ਦੇ ਵਿੱਚ ਬਚਨ ਲਿਖਿਆ ਹੈ। ਮਹਾਰਾਜ ਕਹਿੰਦੇ ਸਾਡਾ ਲੜਨਾ ਸ਼ੌਂਕ ਨਹੀਂ। ਗਰੀਬ ਨਵਾਜ ਨੇ 14 ਜੰਗਾਂ ਕੀਤੀਆਂ ਨੇ, ਇੱਕ ਵੀ ਜੰਗ ਵਿੱਚ ਹਾਰ ਨਹੀਂ ਹੋਈ। ਔਰ ਇੱਕ ਗੱਲ ਹੋਰ ਇਤਿਹਾਸ ਨੂੰ ਪੜ੍ਹਨ ਤੇ ਵਿਚਾਰਨ ਵਾਲਿਆਂ ਨੂੰ ਯਾਦ ਰੱਖਣ ਵਾਲੀ ਹੈ ਕਿ ਗਰੀਬ ਨਵਾਜ ਨੇ ਇੱਕ ਵੀ ਜੰਗ ਜਰ ਜੋਰੂ ਜਾਂ ਜ਼ਮੀਨ ਵਾਸਤੇ ਨਹੀਂ ਕੀਤੀ। ਇਹ ਜਿੰਨੀਆਂ ਜੰਗਾਂ ਨੇ ਸਾਰੀਆਂ ਧਰਮ ਯੁੱਧ ਹਨ, ਇੱਕ ਵੀ ਜੰਗ ਵਿੱਚੋਂ ਮਹਾਰਾਜ ਦੀ ਹਾਰ ਨਹੀਂ ਹੋਈ। ਗੁਰੂ ਕਲਗੀਧਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੰਗ ਕਰਨਾ ਸਾਡਾ ਸ਼ੌਂਕ ਨਹੀਂ। ਇਸ ਕਰਕੇ ਕਹਿ ਸਕਦੇ ਹਾਂ ਧਰਮ ਦੇ ਮੂਜਬ ਕੀਤੀਆਂ ਹੋਈਆਂ ਜਿਹੜੀਆਂ ਇਹ ਜੰਗਾਂ ਹਨ ਇਹ ਧਰਮ ਯੁੱਧ, ਜਾਂ ਕਹਿ ਸਕਦੇ ਹਾਂ ਜਿਹੜੇ ਹੱਥ ਵਿੱਚ ਹਥਿਆਰ ਚੁੱਕੇ, ਤਲਵਾਰਾਂ ਚੁੱਕੀਆਂ, ਕਿਰਪਾਨਾਂ ਆਪ ਚੁੱਕੀਆਂ ਮਹਾਰਾਜ ਨੇ ਤੇ ਆਪਣੇ ਖਾਲਸੇ ਨੂੰ ਚੁਕਾਈਆਂ, ਉਹ ਇਸ ਕਰਕੇ ਤਾਂ ਕਿ ਇਨਸਾਨੀਅਤ ਬਚ ਸਕੇ, ਤਾਂ ਕਿ ਜ਼ਾਲਮ ਨੂੰ ਖਦੇੜਿਆ ਜਾ ਸਕੇ ਤੇ ਮਜ਼ਲੂਮ ਦੀ ਰਾਖੀ ਕੀਤੀ ਜਾ ਸਕੇ। ਕਲਗੀਧਰ ਪਿਤਾ ਮਹਾਰਾਜ ਨੇ ਆਪਣੀ ਬਾਣੀ ਵਿੱਚ ਬਚਨ ਲਿਖਿਆ ਹੈ। ਮਹਾਰਾਜ ਕਹਿੰਦੇ ਸਾਡਾ ਸੰਸਾਰ ਵਿੱਚ ਆਉਣ ਦਾ ਇਹ ਪ੍ਰਯੋਜਨ ਹੈ। ਗਰੀਬ ਨਵਾਜ ਦਾ ਬਚਨ ਹੈ, ਹਮ ਏਕਾਜ ਜਗਤ ਮੋ ਆਏ, ਧਰਮ ਹੇਤ ਗੁਰਦੇਵ ਪਠਾਏ, ਜਹਾਂ ਤਹਾਂ ਤੁਮ ਧਰਮ ਬਿਥਾਰੋ। ਮਹਾਰਾਜ ਕਹਿੰਦੇ ਜਹਾਂ ਤਹਾਂ ਤੁਮ ਧਰਮ ਬਿਥਾਰੋ, ਦੁਸ਼ਟ ਦੋਖੀਆਂ ਪਕਰ ਪਛਾਰੋ, ਯਾਹੀ ਕਾਜ ਧਰਾ ਹਮ ਜਨਮੰ, ਸਮਝ ਲਿਓ ਸਾਧੂ ਸਭ ਮਨ ਮੰਗ, ਧਰਮ ਚਲਾਵਣ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਜ਼ਫਰਨਾਮਾ ਦੇ ਅੰਦਰ ਬਚਨ ਲਿਖਿਆ ਹੈ। ਸਾਹਿਬ ਜੀ ਕਹਿੰਦੇ ਬਾਲਾ ਚਾਰਗੀ ਦਰਮਿਆਂ ਆਮਦਮ, ਸਾਹਿਬ ਦਾ ਬਚਨ ਹੈ ਬਾ ਤਦਬੀਰ ਤੀਰੋ ਕਮਾ ਆਮਦਮ। ਲਾਚਾਰ ਹੋ ਕੇ ਮਹਾਰਾਜ ਕਹਿੰਦੇ ਅਸੀਂ ਹਥਿਆਰ ਚੁੱਕਿਆ ਮਜਬੂਰ ਹੋ ਕੇ। ਹਾਂ, ਗੁਰੂ ਮਹਾਰਾਜ ਨੇ ਇਹ ਵੀ ਬਚਨ ਆਖਿਆ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਲਾਚਾਰ ਹੋ ਕੇ ਜਿਸ ਵਕਤ ਹੀਲੇ ਉਪਾਵ ਕੰਮ ਨਾ ਆਉਣ, ਹੱਥ ਵਿੱਚ ਹਥਿਆਰ ਧਰਮ ਨੂੰ ਬਚਾਉਣ ਵਾਸਤੇ ਚੁੱਕਣਾ ਪਵੇ ਤੇ ਉਹ ਜਿਹੜਾ ਚੁੱਕਿਆ ਹੋਇਆ ਹਥਿਆਰ ਹੁੰਦਾ ਉਹ ਜਾਇਜ਼ ਹੁੰਦਾ ਹੈ, ਉਹ ਨਜਾਇਜ਼ ਨਹੀਂ ਹੁੰਦਾ। ਗਰੀਬ ਨਵਾਜ ਸਾਹਿਬ ਦਾ ਬਚਨ ਆਪ ਸਭ ਨੂੰ ਕੰਠ ਹੈ। ਸਾਹਿਬ ਜੀ ਕਹਿੰਦੇ ਨੇ ਜ਼ਫਰਨਾਮਾ ਦੇ ਅੰਦਰ, ਚੂੰਕਾਰ ਅਜ਼ਹਮਾ ਹੀਲ ਤੇ ਦਰ ਗੁਜਸ਼ਤ, ਹਲਾਲ ਅਸਤ ਗੁਰਦਨ ਬਾ ਸ਼ਮਸ਼ੀਰ ਦਸਤ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਔਰੰਗਜ਼ੇਬ ਨੂੰ ਬਹੁਤ ਤਾੜਨਾ ਕੀਤੀ ਹੈ। ਜ਼ਫਰਨਾਮਾ ਦੀ ਬਾਣੀ ਦੇ ਅੰਦਰ ਇੱਕ ਮਹਾਰਾਜ ਦਾ ਸ਼ੇਰ ਬੜਾ ਪਿਆਰਾ। ਸੱਚੇ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਆਖਿਆ ਸੀ, ਔਰੰਗਜ਼ੇਬ ਹਮਕੋ ਤੁਰਾ ਪਾਦਸ਼ਾਹੀ ਬਦਾਦ, ਬਾ ਮਾ ਦੌਲਤੇ ਦੀ ਪਨਾਹੀ ਬਦਾਦ। ਮਹਾਰਾਜ ਸਾਹਿਬ ਕਹਿੰਦੇ ਖੁਦਾ ਨੇ ਤੈਨੂੰ ਔਰੰਗਜ਼ੇਬ ਬਾਦਸ਼ਾਹੀ ਦਿੱਤੀ। ਇਹ ਬਾਦਸ਼ਾਹ ਜਿਹੜੇ ਨਾ ਖੁਦਾ ਹੀ ਬਣਾਉਂਦਾ ਹੈ, ਰੱਬ ਹੀ ਬਣਾਉਂਦਾ ਹੈ। ਸਾਧ ਸੰਗਤ ਉਹਦੇ ਹੁਕਮ ਦੇ ਵਿੱਚ ਹੀ ਬਾਦਸ਼ਾਹੀਆਂ ਮਿਲਦੀਆਂ ਨੇ। ਤੇ ਮਹਾਰਾਜ ਨੇ ਆਖਿਆ ਸੀ ਸਾਨੂੰ ਦੀਨ ਦੀ ਪਨਾਹੀ ਦੀ ਦੌਲਤ ਦਿੱਤੀ ਹੈ ਪਰਮਾਤਮਾ, ਉਸੇ ਪਰਮਾਤਮਾ ਨੇ ਭਾਵ ਧਰਮ ਦੀ ਰੱਖਿਆ ਦੀ ਦੌਲਤ ਦਿੱਤੀ ਹੈ। ਗੁਰੂ ਸਾਹਿਬ ਬਾਦਸ਼ਾਹ ਨਹੀਂ, ਗੁਰੂ ਸਾਹਿਬ ਪਾਤਸ਼ਾਹ ਹੁੰਦੇ ਨੇ। ਇਸ ਕਰਕੇ ਆਪਾਂ ਸੱਚੇ ਪਾਤਸ਼ਾਹ ਕਹਿੰਦੇ ਆ ਮਹਾਰਾਜ ਨੂੰ। ਬਾਦਸ਼ਾਹ ਤਕਰੀਬਨ ਸਾਧ ਸੰਗਤ ਬਦੀ ਦੇ ਸ਼ਾਹ ਹੀ ਹੋਏ ਨੇ ਅੱਜ ਤੱਕ, ਪਰ ਜਿਹੜਾ ਪੱਤ ਨੂੰ ਢੱਕਣ ਵਾਲਾ ਪਾਤਸ਼ਾਹ ਉਹ ਸੱਚਾ ਪਾਤਸ਼ਾਹ ਕੇਵਲ ਗੁਰੂ ਨਾਨਕ ਸਾਹਿਬ ਦਾ ਘਰ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਨੇ ਸਾਧ ਸੰਗਤ ਇਸ ਤਰ੍ਹਾਂ ਨਾਲ ਇਹ ਬਚਨ ਆਖੇ ਜ਼ਫਰਨਾਮਾ ਦੀ ਬਾਣੀ ਦੇ ਅੰਦਰ। ਖੈਰ 8 ਪੋਹ ਦਾ ਦਿਨ ਚੜ੍ਹਿਆ ਹੈ। 8 ਪੋਹ ਦੇ ਦਿਨ ਦੇ ਚੜ੍ਹਾਅ ਦੇ ਨਾਲ ਜਰਨੈਲ ਨਾਹਰ ਖਾਂ, ਇਹ ਜਿਹੜਾ ਨਾਹਰ ਖਾਂ ਹੈ ਇਹ ਸਾਧ ਸੰਗਤ ਬੜਾ ਬਹਾਦਰ ਤੇ ਸੂਰਬੀਰ ਦਲੇਰ ਯੋਧਾ ਸੀ। ਇਹ ਕਮਾਂਡਰ ਸੀ। ਇਹ ਸਾਧ ਸੰਗਤ ਜਿਹੜਾ ਇਹਦਾ ਭਰਾ ਹੈ ਨਾ ਸ਼ੇਰ ਮੁਹੰਮਦ ਖਾਂ, ਜਿਹੜਾ ਆਪਾਂ ਇਤਿਹਾਸ ਵਿਚਾਰਦੇ ਹਾਂ ਕਿ ਵਜ਼ੀਰ ਖਾਨ ਨੇ ਆਖਿਆ ਸੀ ਸ਼ੇਰ ਮੁਹੰਮਦ ਖਾਂ ਮਲੇਰਕੋਟਲੇ ਵਾਲੇ ਨੂੰ ਕਿ ਇਹਨਾਂ ਦੇ ਪਿਓ ਨੇ ਛੁਟੇਰੇ ਲਾਲਾਂ ਦੇ ਬਾਬਤ ਜਿਸ ਵਕਤ ਬਚਨ ਆਖੇ ਸਨ ਕਿ ਇਹਨਾਂ ਦੇ ਪਿਓ ਨੇ ਤੇਰੇ ਭਰਾ ਨੂੰ ਮੈਦਾਨੇ ਜੰਗ ਦੇ ਵਿੱਚ ਮਾਰਿਆ, ਇਹਨਾਂ ਨੂੰ ਮਾਰ ਕੇ ਬਦਲਾ ਲੈ ਲਾ।
ਤੇ ਨਾਹਰ ਖਾਨ ਨੇ ਆਖਿਆ ਸੀ ਸ਼ੀਰ ਖੋਰਾਂ ਨੂੰ ਮਾਰਨਾ, ਬੱਚਿਆਂ ਨੂੰ ਮਾਰਨਾ ਧਰਮ ਤੋਂ ਉਲਟ ਹੈ, ਇਹਨਾਂ ਨੂੰ ਨਹੀਂ ਮੈਂ ਮਾਰਾਂਗਾ, ਮੈਂ ਪਾਪ ਨਹੀਂ ਕਮਾਵਾਂਗਾ। ਇਸੇ ਕਰਕੇ ਅੱਜ ਤੱਕ ਮਲੇਰਕੋਟਲਾ, ਕਿਉਂਕਿ ਮਲੇਰਕੋਟਲੀਏ ਵਾਲੇ ਸ਼ੇਰ ਮੁਹੰਮਦ ਖਾਨ ਨੇ ਹਾ ਦਾ ਨਾਰਾ ਮਾਰਿਆ ਸੀ, ਅੱਜ ਤੱਕ ਮਲੇਰਕੋਟਲਾ ਘੁੱਗ ਵੱਸਦਾ ਹੈ। ਇਹ ਜਿਹੜਾ ਨਾਹਰ ਖਾਂ ਹੈ ਇਹ ਚੜ੍ਹ ਕੇ ਆਇਆ ਤੇ ਜਰਨੈਲ ਨਾਹਰ ਖਾਂ ਨੇ ਪੌੜੀ ਲਾਈ, ਕੱਚੀ ਗੜੀ ਨੂੰ ਪੌੜੀ ਲਾਈ। ਜਿਸ ਵਕਤ ਪੌੜੀ ਲਾਈ ਹੈ ਤੇ ਪੌੜੀ ਲਾ ਕੇ ਇਹ ਪੌੜੀ ਦੇ ਉੱਤੇ ਚੜ੍ਹਨ ਲੱਗਾ ਇੱਕ ਇੱਕ ਡੰਡਾ ਕਰਕੇ। ਉੱਪਰ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਕਲਗੀਧਰ ਮਹਾਰਾਜ ਜੀ ਬਿਰਾਜਮਾਨ ਨੇ। ਤੇ ਜਿਸ ਵਕਤ ਇਹ ਪੌੜੀ ਨੂੰ ਚੜ੍ਹਦਾ ਹੋਇਆ ਬੜੇ ਸਾਹਸ ਦੇ ਨਾਲ, ਬੜੀ ਦਲੇਰੀ ਦੇ ਨਾਲ ਕੱਚੀ ਗੜੀ ਦੇ ਵਿੱਚੋਂ ਉੱਚਾ ਚੁੱਕ ਕੇ ਇਹਨੇ ਧੌਣ ਵੇਖਣ ਲੱਗਾ। ਸਾਹਿਬ ਦੇ ਦਦਾਰ ਐਸੇ ਹੋਏ, ਮਹਾਰਾਜ ਨੇ ਤੀਰ ਮਾਰਿਆ ਜਿਹੜਾ ਇਹਦੀ ਧੌਣ ਦੇ ਵਿੱਚੋਂ ਆਰ ਪਾਰ ਹੋ ਗਿਆ ਤੇ ਉੱਪਰੋਂ ਇਹ ਭਵੰਟਣੀਆਂ ਖਾਂਦਾ ਹੋਇਆ ਜ਼ਮੀਨ ਦੇ ਉੱਤੇ ਡਿੱਗਿਆ। ਇਹਦੇ ਨਾਲ ਹੀ ਇੱਕ ਹੋਰ ਜਰਨੈਲ ਸੀ ਗਨੀ ਖਾਂ। ਗਨੀ ਖਾਂ ਨੇ ਵੀ ਸਿਰ ਚੁੱਕਿਆ। ਕੁਝ ਇਤਿਹਾਸਕਾਰਾਂ ਆਖਿਆ ਮਹਾਰਾਜ ਨੇ ਗੁਰਜ ਮਾਰੀ ਉਹਦੇ ਸਿਰ ਵਿੱਚ। ਚਲੋ ਭਾਵੇਂ ਗੁਰਜ ਮਾਰੀ ਹੋਵੇ, ਭਾਵੇਂ ਸਾਹਿਬ ਨੇ ਤੀਰ ਮਾਰਿਆ, ਗਨੀ ਖਾਂ ਵੀ ਉੱਪਰੋਂ ਭਵੰਟਣੀਆਂ ਖਾਂਦਾ ਹੋਇਆ ਡਿੱਗ ਪਿਆ। ਹੇਠਾਂ ਖਲੋਤਾ ਇੱਕ ਸਾਧ ਸੰਗਤ ਜਿਹਦਾ ਜ਼ਿਕਰ ਆਉਂਦਾ ਖਵਾਜਾ ਮਰਦੂਦ ਅਲੀ। ਇਹ ਜਿਹੜਾ ਸਾਧ ਸੰਗਤ ਖਵਾਜਾ ਮਰਦੂਦ ਅਲੀ ਹੈ, ਇਹਦਾ ਜ਼ਿਕਰ ਕੀਤਾ ਮਹਾਰਾਜ ਨੇ ਕਲਗੀਧਰ ਪਿਤਾ ਨੇ ਜ਼ਫਰਨਾਮਾ ਦੀ ਪਵਿੱਤਰ ਬਾਣੀ ਦੇ ਅੰਦਰ। ਇਹ ਜਿਹੜਾ ਖਵਾਜਾ ਮਰਦੂਦ ਜ਼ਫਰ ਬੇਗ ਹੈ, ਇਹ ਫਿਰ ਡਰ ਗਿਆ, ਕੰਧ ਦੇ ਉੱਲੇ ਹੋ ਗਿਆ ਕਿ ਮੈਂ ਬਚ ਜਾਵਾਂ। ਮਹਾਰਾਜ ਜ਼ਫਰਨਾਮਾ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਕਹਿੰਦੇ ਨੇ ਕਿ ਆਂ ਖਵਾਜਾ ਮਰਦੂਦ ਸਾਇਆ ਏ ਦੀਵਾਰ, ਨਿਆਮਤ ਬਾ ਮੈਦਾਂ ਬਾ ਮਰਦਾਨਾ ਵਾਰ। ਸਤਿਗੁਰੂ ਕਹਿੰਦੇ ਉਹ ਤੇਰਾ ਮਰਦੂਦ ਖਵਾਜਾ ਜ਼ਫਰ ਬੇਗ ਸਾਡੇ ਤੋਂ ਡਰ ਕੇ ਕੰਧ ਦੇ ਓਲੇ ਹੋ ਗਿਆ। ਗਰੀਬ ਨਵਾਜ ਨੇ ਆਖਿਆ ਔਰੰਗਜ਼ੇਬ ਕਿਤੇ ਅਸੀਂ ਉਹਦਾ ਮੂੰਹ ਵੇਖ ਲੈਂਦੇ ਤੇ ਇੱਕ ਤੀਰ ਉਹਨੂੰ ਵੀ ਬਖਸ਼ ਦਿੰਦੇ। ਇਹਦਾ ਮਤਲਬ ਇੱਕੋ ਹੀ ਤੀਰ ਦੀ ਲੋੜ ਸੀ, ਖਵਾਜਾ ਜ਼ਫਰ ਬੇਗ ਵੀ ਦੁਨੀਆ ਤੋਂ ਚਲੇ ਜਾਣਾ ਸੀ। ਗਰੀਬ ਨਵਾਜ ਦਾ ਸ਼ੇਰ ਹੈ, ਸੱਚੇ ਪਾਤਸ਼ਾਹ ਕਹਿੰਦੇ ਦਰੇਗਾ ਦਾ ਮਤਲਬ ਹੁੰਦਾ ਜੇ। ਉਫ ਕਿਤੇ ਕਾਸ਼ ਇਸ ਤਰ੍ਹਾਂ ਹੁੰਦਾ। ਮਹਾਰਾਜ ਕਹਿੰਦੇ ਦਰੇਗਾ ਅਗਰ ਰੂਏ ਊ ਦੀਦ ਮੇ ਮਾਇਕ ਤੀਰ ਲਾਚਾਰ ਬਖਸ਼ੀਦ ਮੇ, ਇੱਕ ਉਹਨੂੰ ਵੀ ਤੀਰ ਬਖਸ਼ ਦਿੰਦੇ। ਸਾਧ ਸੰਗਤ ਤੋਂ ਲੁਕ ਗਿਆ। ਇਸ ਤਰ੍ਹਾਂ ਜਿਹੜਾ ਮਲਖਈਆ ਜਿਹਨੂੰ ਭੁਲੇਖਾ ਸੀ, 10 ਲੱਖ ਦਾ ਮਲਖਈਆ ਜਿਸ ਭੁਲੇਖੇ ਦੇ ਵਿੱਚ ਸੀ, ਜਿਸ ਭੁਲੇਖੇ ਵਿੱਚ ਵੱਡੇ ਵੱਡੇ ਜਰਨੈਲ ਸਨ, ਜਿਸ ਭੁਲੇਖੇ ਦੇ ਵਿੱਚ ਪਹਾੜੀ ਰਾਜੇ ਸਨ, ਉਹਨਾਂ ਸਾਰਿਆਂ ਦਾ ਭੁਲੇਖਾ ਟੁੱਟ ਗਿਆ। ਜਿਨ੍ਹਾਂ ਨੂੰ ਭੁਲੇਖਾ ਸੀ ਕਿ ਇੱਕੋ ਹਮਲੇ ਦੇ ਅੰਦਰ ਅਸੀਂ ਕੱਚੀ ਗੜੀ ਦੀਆਂ ਇੱਟਾਂ ਉਖਾੜ ਦੇਵਾਂਗੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਉਂਦੇ ਜੀ ਫੜ ਲਵਾਂਗੇ। ਇਸ ਤਰ੍ਹਾਂ ਨਾਲ ਸਾਰੇ ਪਿੱਛੇ ਨੂੰ ਹਟ ਗਏ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਵਰਗਾ ਤੀਰ ਅੰਦਾਜ਼ ਔਰ ਉਹਨਾਂ ਵਰਗਾ ਸੂਰਬੀਰ ਤੇ ਕਲਗੀਧਰ ਪਿਤਾ ਵਰਗਾ ਅੱਜ ਤੱਕ ਦੁਨੀਆ ਵਿੱਚ ਕੋਈ ਯੋਧਾ ਤੇ ਸਾਧ ਸੰਗਤ ਤੀਰ ਅੰਦਾਜ਼ ਵੀ ਉਹਨਾਂ ਵਰਗਾ ਕੋਈ ਨਹੀਂ ਹੋ ਸਕਿਆ। ਸਾਡੇ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਕਲਗੀਧਰ ਪਿਤਾ ਮਹਾਰਾਜ ਦੋਵਾਂ ਹੱਥਾਂ ਦੇ ਨਾਲ ਸਾਧ ਸੰਗਤ ਤੀਰ ਚਲਾ ਲੈਂਦੇ ਸਨ, ਦੋਵਾਂ ਹੱਥਾਂ ਨਾਲ, ਔਰ ਨਿਸ਼ਾਨੇ ਉੱਤੇ ਜਾ ਕੇ ਤੀਰ ਲੱਗਦਾ ਸੀ ਮਹਾਰਾਜ ਦਾ। 1.25 ਕੋਹ ਦੀ ਦੂਰੀ ਦੇ ਉੱਤੇ ਜਾ ਕੇ ਮਹਾਰਾਜ ਦਾ ਨਿਸ਼ਾਨੇ ਤੇ ਤੀਰ ਲੱਗਦਾ ਸੀ। ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਲਗੀਧਰ ਮਹਾਰਾਜ ਗੁਰੂ ਦਾਦਾ ਤੇਰੇ ਵਰਗਾ ਕਿਹੜਾ ਕੋਈ ਹੋਇਆ ਦੁਨੀਆ ਉੱਤੇ, ਨਾ ਕੋਈ ਹੋ ਸਕਦਾ। 1.25 ਕੋਹ ਨਿਸ਼ਾਨੇ ਦੇ ਉੱਤੇ ਜਾ ਕੇ ਲੱਗਦਾ ਤੇ 1.25 ਤੋਲਾ ਹੀ ਸੋਨਾ ਲੱਗਾ ਹੁੰਦਾ ਸੀ ਮਹਾਰਾਜ ਸਾਹਿਬ ਜੀ ਦੇ ਤੀਰ ਨੂੰ। ਚਿੱਲੇ ਤੇ ਚਾੜ ਕੇ ਸਾਧ ਸੰਗਤ ਇੱਕੋ ਵਾਰੀ 4-4 ਤੀਰ ਮਹਾਰਾਜ ਨਿਸ਼ਾਨੇ ਤੇ ਲਾਉਂਦੇ ਸਨ। ਤੇ ਇੱਕ ਗੱਲ ਹੋਰ ਆਖੀ ਹੈ ਵਿਦਵਾਨਾਂ ਨੇ, ਖੋਜਕਾਰਾਂ ਨੇ, ਕਿ ਜਿਹੜਾ ਕਮਾਨ ਹੁੰਦਾ ਹੈ ਨਾ ਸਾਧ ਸੰਗਤ, ਉਹਨੂੰ ਖਿੱਚਣ ਦੇ ਲਈ ਬਲ ਚਾਹੀਦਾ ਹੈ। ਕਮਾਨ ਦੇ ਵਿੱਚ ਤੜ ਹੁੰਦੀ ਹੈ ਅਲੱਗ-ਅਲੱਗ ਤਰੀਕੇ ਨਾਲ, ਨਿਰਭਰ ਕਰਦਾ ਵੀ ਕਮਾਨ ਕਿਸ ਤਰ੍ਹਾਂ ਦਾ ਬਣਿਆ। ਆਪ ਨੂੰ ਪਤਾ, ਜਿਨ੍ਹਾਂ ਨੂੰ ਪਤਾ ਇਸ ਬਾਰੇ ਵੀ ਕਮਾਨ ਦੇ ਨੂੰ ਕਿਸ ਤਰ੍ਹਾਂ ਨਾਲ ਚਿੱਲਾ ਚਾੜ ਕੇ ਚਲਾਇਆ ਜਾਂਦਾ, ਉਹਦੇ ਲਈ ਬਲ ਬਕਾਇਦਾ ਲਿਖਿਆ ਹੁੰਦਾ। ਇਹਨਾਂ ਦੇਸ਼ਾਂ ਵਿੱਚ ਜਿਹੜੇ ਕਮਾਨ ਮਿਲਦੇ ਉਹਨਾਂ ਉੱਤੇ ਲਿਖਿਆ ਹੁੰਦਾ ਵੀ ਇਸ ਕਮਾਨ ਨੂੰ ਚਲਾਉਣ ਦੇ ਲਈ ਇੰਨਾ ਬਲ ਚਾਹੀਦਾ।
ਮਹਾਰਾਜ ਗੁਰੂ ਕਲਗੀਧਰ ਪਿਤਾ ਮਹਾਰਾਜ ਦੇ ਕਮਾਨ ਨੂੰ ਖਿੱਚਣ ਦੇ ਲਈ 9 ਟੰਕ ਦਾ ਬਲ ਚਾਹੀਦਾ ਹੁੰਦਾ ਸੀ। ਟੰਕ ਹੁੰਦਾ 25 ਕਿਲੋਆਂ ਦਾ। ਇਸ ਹਿਸਾਬ ਨਾਲ 225 ਕਿਲੋ ਬਲ ਚਾਹੀਦਾ ਹੈ। 2.25 ਕੁਇੰਟਲ ਮਤਲਬ ਇੱਕ ਹੱਥ ਨਾਲ ਜੇ ਤੁਸੀਂ ਇੰਨਾ ਬਲ ਚੁੱਕ ਸਕਦੇ ਹੋ ਤਾਂ ਕਮਾਨ ਚਲਾ ਸਕਦੇ ਹੋ। ਇੰਨਾ ਵੱਡਾ ਕਮਾਨ, ਇੰਨਾ ਸਖਤ ਕਮਾਨ। ਇਸ ਕਰਕੇ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਵਰਗਾ ਅੱਜ ਤੱਕ ਕੋਈ ਦੁਨੀਆ ਵਿੱਚ ਤੀਰ ਅੰਦਾਜ਼ ਨਹੀਂ ਹੋ ਸਕਿਆ। ਧੰਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ। ਗਰੀਬ ਨਵਾਜ ਸਾਧ ਸੰਗਤ ਇਹ ਰਚਿਆ ਮਹਾਰਾਜ ਨੇ ਚਮਕੌਰ ਦਾ ਸਾਕਾ। ਇਹਨੂੰ ਕਹਿੰਦੇ ਨੇ ਸਿੱਖ ਇਤਿਹਾਸ ਦੀ ਕਰਬਲਾ। ਚਮਕੌਰ ਦੀ ਲੜਾਈ ਸਿੱਖ ਇਤਿਹਾਸ ਦੀ ਕਰਬਲਾ ਹੈ। ਇਹਨੂੰ ਕਰਬਲਾ ਸਿੱਖ ਇਤਿਹਾਸ ਦੀ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਜਿਹੜਾ ਹਜ਼ਰਤ ਅਲੀ ਹੋਇਆ ਨਾ, ਉਹਦੇ ਨੂਰੇ ਚਸ਼ਮ, ਉਹਦੇ ਸਾਧ ਸੰਗਤ ਲਖਤੇ ਜ਼ਿਗਰ, ਉਹਦੇ 2 ਪੁੱਤਰ ਹਜ਼ਰਤ ਹਸਨ ਤੇ ਹਜ਼ਰਤ ਹੁਸੈਨ ਕਰਬਲਾ ਦੇ ਮੈਦਾਨ ਦੇ ਅੰਦਰ ਲੜਦਿਆਂ ਹੋਇਆਂ ਸ਼ਹੀਦ ਹੋ ਗਏ ਸਨ। ਜਿਵੇਂ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਤੇ ਜਿਸ ਤਰ੍ਹਾਂ ਨਾਲ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਨੇ ਸ਼ਹੀਦੀਆਂ ਪਾਈਆਂ। ਇਸ ਕਰਕੇ ਇਹਨੂੰ ਸਿੱਖ ਇਤਿਹਾਸ ਦੀ ਕਰਬਲਾ ਕਿਹਾ ਜਾਂਦਾ ਹੈ। ਖੈਰ ਸਾਧ ਸੰਗਤ, ਜਿਸ ਵਕਤ ਮੁਲਖਈਆ ਇੱਕਦਮ ਪਿੱਛੇ ਹਟ ਗਿਆ, ਉਸ ਤੋਂ ਬਾਅਦ ਫਿਰ ਮੁਲਖਈਏ ਨੇ ਤਹਈਆ ਕੀਤਾ ਕਿ ਅੱਗੇ ਵੱਧ ਕੇ ਹਮਲਾ ਕੀਤਾ ਜਾਏ। ਮੁਲਖਈਏ ਦਾ ਮੂੰਹ ਮੋੜਨ ਵਾਸਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤਰਫੋਂ ਪਿਆਰੇ ਸਹਿਬਾਨਾਂ ਦੇ ਵਿੱਚੋਂ ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ ਆਏ। ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਮੇਰੇ ਨਾਲ 4 ਸਿੰਘ ਹੋਰ ਨੇ, ਤਿਆਰੀ ਕੀਤੀ ਹੈ ਤੇ ਅਸਾਂ ਨੂੰ 5 ਨੂੰ ਮੈਦਾਨੇ ਜੰਗ ਵਿੱਚ ਤੁਰਨ ਦੀ ਇਜਾਜ਼ਤ ਬਖਸ਼ੋ। ਮਹਾਰਾਜ ਤੁਸੀਂ ਕਹਿੰਦੇ ਹੋ ਕਿ ਆਪਣੇ ਘਰ ਨੂੰ ਬਚਾਉਣਾ ਚਾਹੀਦਾ, ਧਰਮ ਦੀ ਆਨ ਸ਼ਾਨ ਵਾਸਤੇ ਆਪਣਾ ਆਪ ਕੁਰਬਾਨ ਕਰਨਾ ਚਾਹੀਦਾ। ਅੱਜ ਕੱਚੀ ਗੜੀ ਪੰਥ ਦਾ ਘਰ ਹੈ, ਮਹਾਰਾਜ ਕੱਚੀ ਗੜੀ ਨੂੰ ਬਚਾਇਆ ਜਾਏ, ਇਸ ਘਰ ਉੱਤੇ ਹਮਲਾ ਨਾ ਕਰਨ ਦਿੱਤਾ ਜਾਏ ਦੁਸ਼ਮਣ ਨੂੰ, ਤੇ ਤੁਸੀਂ ਰਹਿਮਤ ਕਰਕੇ ਆਗਿਆ ਬਖਸ਼ੋ। ਕਹਿੰਦੇ ਕਲਗੀਧਰ ਪਿਤਾ ਮਹਾਰਾਜ ਨੇ ਚੜ੍ਹਦੀ ਕਲਾ ਵਾਲੇ ਬਚਨ ਆਖੇ ਸਨ ਤੇ ਮੁੱਖ ਦੇ ਵਿੱਚੋਂ ਆਖਿਆ ਸੀ, ਪਿਆਰੇ ਸਹਿਬਾਨ ਭਾਈ ਹਿੰਮਤ ਸਿੰਘ ਜੀ, ਤੁਸੀਂ 5 ਨਹੀਂ, ਤੁਸੀਂ 5 ਲੱਖ ਹੋ, ਔਰ ਜਿਹੜਾ ਮੈਂ ਸਿੱਖ ਖਾਲਸਾ ਤਿਆਰ ਕੀਤਾ ਕੱਲਾ ਕੱਲਾ 1.25 ਲੱਖ ਦੇ ਬਰਾਬਰ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਤਰ੍ਹਾਂ ਥਾਪੜੇ ਦੇ ਕੇ ਇਹਨਾਂ ਨੂੰ ਤੋਰਿਆ, ਕੱਚੀ ਗੜੀ ਦਾ ਬੂਹਾ ਖੁੱਲਿਆ, ਔਰ ਮੈਦਾਨੇ ਜੰਗ ਦੇ ਵਿੱਚ ਬਹੁਤ ਲੰਮਾ ਸਮਾਂ ਪਿਆਰੇ ਸਹਿਬਾਨ ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ ਤੇ ਉਹਨਾਂ ਦੇ ਨਾਲ ਦੇ ਸਾਥੀ ਜੂਝਦੇ ਹੋਏ ਸਾਧ ਸੰਗਤ ਵੀਰ ਗਤੀ ਨੂੰ ਪ੍ਰਾਪਤ ਹੋਏ, ਸ਼ਹੀਦੀਆਂ ਪ੍ਰਾਪਤ ਕਰ ਗਏ। ਉਸ ਤੋਂ ਬਾਅਦ ਜਿਹੜੇ ਢਾਡੀ ਹੋਏ ਨੇ ਸਰਦਾਰ ਸੋਹਣ ਸਿੰਘ ਜੀ ਸ਼ੀਤਲ, ਭਾਈ ਸੋਹਣ ਸਿੰਘ ਸ਼ੀਤਲ, ਉਹਨਾਂ ਦੀ ਲਿਖਤ ਦੇ ਮੁਤਾਬਕ 6 ਸਿੰਘਾਂ ਦਾ ਜਥਾ ਫੇਰ ਮੈਦਾਨੇ ਜੰਗ ਦੇ ਵਿੱਚ ਉਤਰਿਆ। ਜਦੋਂ ਉਹਨਾਂ 6 ਨੇ ਸ਼ਹੀਦੀਆਂ ਪ੍ਰਾਪਤ ਕਰ ਲਈਆਂ ਤੇ ਫਿਰ ਉਸ ਤੋਂ ਬਾਅਦ ਫਿਰ 6 ਨੇ ਜਾ ਕੇ ਸਾਧ ਸੰਗਤ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ। ਇਸ ਤਰ੍ਹਾਂ ਨਾਲ ਕੁੱਲ ਮਿਲਾ ਕੇ ਗਿਣਤੀ ਜਿਹੜੀ ਹੈ ਸਾਧ ਸੰਗਤ 17 ਬਣ ਗਈ। ਇੱਧਰ 17 40 ਦੇ ਵਿੱਚੋਂ ਘਟ ਗਏ, ਪਰ ਉਧਰ ਮੁਲਖਈਏ ਨੂੰ ਕੋਈ ਫਰਕ ਨਹੀਂ ਪਿਆ ਕਿਉਂਕਿ ਮੁਲਖਈਆ 10 ਲੱਖ ਦੀ ਗਿਣਤੀ ਦੇ ਵਿੱਚ ਹੈ। ਹਾਲਾਂਕਿ ਉਹਨਾਂ ਦੇ ਵਿੱਚੋਂ ਬਹੁਤ ਸਾਰਿਆਂ ਨੂੰ ਜਹੰਨਮ ਦੇ ਰਾਹ ਉੱਤੇ ਸਿੰਘਾਂ ਨੇ ਤੋਰ ਦਿੱਤਾ, ਉਹਨਾਂ ਦੀ ਬੜੀ ਵੱਡੀ ਗਿਣਤੀ ਸੀ। ਫਿਰ ਉਸ ਤੋਂ ਬਾਅਦ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਆਣ ਕੇ ਮਹਾਰਾਜ ਨੂੰ ਫਤਿਹ ਬੁਲਾਈ, ਹੱਥ ਜੋੜ ਕੇ ਅਰਜ਼ ਕੀਤੀ, ਗਰੀਬ ਨਵਾਜ ਗੁਰੂ ਪਿਤਾ ਜੀ, ਮੈਨੂੰ ਮੈਦਾਨੇ ਜੰਗ ਵਿੱਚ ਜਾਣ ਦੀ ਆਗਿਆ ਬਖਸ਼ੋ। ਸਾਧ ਸੰਗਤ ਜੀ ਉਹਨਾਂ ਦੇ ਨਾਲ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ, ਪਿਆਰੇ ਸਾਹਿਬਾਨ ਦੇ ਵਿੱਚੋਂ ਇੱਕ ਪਿਆਰਾ ਭਾਈ ਮੋਹਕਮ ਸਿੰਘ ਜੀ, ਭਾਈ ਈਸ਼ਰ ਸਿੰਘ ਜੀ, ਔਰ ਇਸੇ ਤਰ੍ਹਾਂ ਭਾਈ ਦੇਵਾ ਸਿੰਘ ਜੀ, ਭਾਈ ਕੀਰਤੀ ਸਿੰਘ ਜੀ, ਭਾਈ ਮੋਹਰ ਸਿੰਘ ਜੀ, ਭਾਈ ਨੰਦ ਸਿੰਘ ਜੀ, ਭਾਈ ਲਾਲ ਸਿੰਘ ਜੀ, ਭਾਈ ਕੇਸਰਾ ਸਿੰਘ ਜੀ, ਇਹ ਗਿਆਨੀ ਗਿਆਨ ਸਿੰਘ ਜੀ ਦੇ ਮੁਤਾਬਕ ਇਹਨਾਂ ਨੇ ਤਿਆਰੀ ਕੀਤੀ। ਇਹ ਵੀ ਯਾਦ ਰੱਖਣਾ ਚਾਹੀਦਾ ਕਿ ਜਿਸ ਵਕਤ ਇਹ ਸੂਰਬੀਰ ਯੋਧਾ ਇਹਨਾਂ ਸਾਰੇ ਆਪਣੇ ਸਾਥੀਆਂ ਨੂੰ ਲੈ ਕੇ ਮੈਦਾਨੇ ਜੰਗ ਦੇ ਵਿੱਚ ਸਦਾ ਲਈ ਸ਼ਹਾਦਤ ਦਾ ਜਾਮ ਪੀਣ ਵਾਸਤੇ ਚੱਲਿਆ, ਇਸ ਸਾਧ ਸੰਗਤ ਮਹਾਂਪੁਰਖ ਧੰਨ ਧੰਨ
ਬਾਬਾ ਅਜੀਤ ਸਿੰਘ ਜੀ ਹੋਰਾਂ ਦੀ ਉਮਰ ਉਸ ਵਕਤ 17 ਸਾਲ 10 ਮਹੀਨੇ ਤੇ ਕੁਝ ਦਿਨ ਦੀ ਸੀ, ਜਾਣੀ 18 ਸਾਲ ਤੋਂ ਵੀ ਉਮਰ ਘੱਟ ਸੀ। ਉਸ ਤੋਂ ਪਹਿਲਾਂ ਵੀ ਮੈਦਾਨੇ ਜੰਗਾਂ ਦੇ ਵਿੱਚ ਜੂਝਦੇ ਰਹੇ ਨੇ। ਸਤਿਗੁਰੂ ਮਹਾਰਾਜ ਦੀ ਆਗਿਆ ਪਾ ਕੇ ਜਿਸ ਵਕਤ ਚੱਲੇ ਨੇ ਤੇ ਮਹਾਰਾਜ ਨੇ ਕਹਿੰਦੇ ਆਖਿਆ ਸੀ, ਅਜੀਤ ਸਿੰਘ ਤੇਰਾ ਨਾਂ ਅਜੀਤ ਸਿੰਘ ਹੈ, ਤੇ ਹੱਥ ਜੋੜ ਕੇ ਅੱਗੋਂ ਸਿਰ ਨਵਾ ਦਿੱਤਾ। ਉਹ ਸਮਝ ਗਏ ਕਿ ਕਲਗੀਧਰ ਪਿਤਾ ਮਹਾਰਾਜ ਜੀ ਕੀ ਕਹਿਣਾ ਚਾਹੁੰਦੇ ਹਨ। ਸੱਚੀ ਆਖਿਆ ਨਾ ਅੱਲਾ ਯਾਰ ਖਾਨ ਜੋਗੀ ਜੀ ਹੋਰਾਂ ਨੇ, ਉਹਨਾਂ ਨੇ ਬੜੇ ਸੋਹਣੀ ਨਜ਼ਮਾਂ ਦੇ ਵਿੱਚ ਆਪਣੇ ਬਚਨ ਆਖੇ ਹਨ। ਉਹ ਕਹਿੰਦੇ ਨੇ, ਇਨਸਾਫ ਕਰੇ ਜੀ ਮੈਂ ਜਮਾਨਾ ਤੋਂ ਯਕੀਨ ਹੈ, ਕਹਿ ਦੋ ਗੁਰੂ ਗੋਬਿੰਦ ਸਿੰਘ ਕਾ ਸਾਨੀ ਹੀ ਨਹੀਂ ਹੈ। ਅੱਲਾ ਯਾਰ ਖਾਨ ਜੀ ਕਹਿੰਦੇ, ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, जितनी भी हो तारीफ गोबिंद की वो कम है। मेरे हाथ में पुरजोर कलम है। पुरजोर ਦਾ ਮਤਲਬ ਹੁੰਦਾ ਸਾਧ ਸੰਗਤ ਜੀ, ਜਿੰਨੀ ਹੈ ਭਾਵ ਜਿੰਨੀ ਕੁ ਮੇਰੇ ਹੱਥ ਦੇ ਵਿੱਚ ਕਲਮ ਹੈ। ਕਹਿੰਦੇ ਮੇਰੇ ਹਾਥ ਮੇ ਪੁਰਜੋਰ ਕਲਮ ਹੈ, ਸਤਿਗੁਰ ਕੇ ਲਿਖੂੰ ਵਸਫ। ਵਸਵਾਖੀ ਦਾ ਗੁਣਾ ਨੂੰ, ਸਿਫਤਾਂ ਨੂੰ। ਮੇਰੇ ਹੱਥ ਦੇ ਵਿੱਚ ਜਿਹੜੀ ਕਲਮ ਹੈ ਉਹ ਕਿਸੇ ਦੀ ਗੁਲਾਮ ਨਹੀਂ ਹੈ, ਆਜ਼ਾਦ ਕਲਮ ਹੈ। ਮੈਂ ਆਪਣੀ ਕਲਮ ਦੇ ਨਾਲ ਸਤਿਗੁਰੂ ਮਹਾਰਾਜ ਦੇ ਗੁਣ ਲਿਖਦਾ, ਪਰ ਮੇਰੀ ਕਲਮ ਦੇ ਵਿੱਚ ਲਿਖਣ ਦੀ ਸ਼ਕਤੀ ਨਹੀਂ, ਮੇਰੀ ਕਲਮ ਦੇ ਵਿੱਚ ਰਕਮ ਨਹੀਂ, ਤਾਕਤ ਨਹੀਂ ਕਿ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਤੁਹਾਡੀਆਂ ਸਿਫਤਾਂ ਲਿਖ ਸਕੇ। ਉਹਨਾਂ ਦੇ ਬਚਨ ਨੇ, ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, जितनी भी हो तारीफ गोबिंद की वो कम है। मेरे हाथ में पुरजोर कलम है, सतगुर के लिखूं वसफ, कहाँ ताबे रकम है। फिर कहते, एक आंख से बुलबुला कुल बहर को देखे। एक जिहड़ा बुलबुला पैदा होया समुंदर दे विच, ਉਹ ਕਿਹਨੂੰ ਵੇਖ ਸਕਦਾ? ਬੁਲਬੁਲਾ ਸਮੁੰਦਰ ਨੂੰ, ਕਿਨਾਰੇ ਨੂੰ, ਜਾਂ ਸਮੁੰਦਰ ਦੇ ਮਝਧਾਰ ਵਿਚਕਾਰਲੇ ਹਿੱਸੇ ਨੂੰ ਕਿਹਨੂੰ ਵੇਖੇਗਾ? ਉਹਦੇ ਵਿੱਚ ਸ਼ਕਤੀ ਨਹੀਂ ਇੰਨੀ। ਇਸ ਕਰਕੇ ਕਹਿੰਦੇ, ਇੱਕ ਆਂਖ ਸੇ ਬੁਲਬੁਲਾ ਕੁਲ ਬਹਿਰ ਕੋ ਦੇਖੇ, ਸਾਹਿਲ ਕੋ ਜਾਂ ਮਝਧਾਰ ਕੋ ਦੇਖੇ। ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਧ ਸੰਗਤ ਅਗਰ ਨਾ ਚੁੱਕਿਆ ਹੁੰਦਾ ਨਾ ਹਥਿਆਰ, ਤੇ ਅੱਜ ਹਿੰਦੁਸਤਾਨ ਦੀ ਤਾਰੀਖ ਕੁਝ ਹੋਰ ਹੀ ਹੋਣੀ ਸੀ। ਵੇਖੋ ਇਹ ਸ਼ਖਸੀ ਰਾਜ, ਜਿਹੜੇ ਸ਼ਖਸੀ ਰਾਜ ਦੇ ਜਿਨ੍ਹਾਂ ਦੇ ਵਿੱਚ ਮਨ ਮਰਜ਼ੀਆਂ ਕੀਤੀਆਂ ਜਾਂਦੀਆਂ ਸਨ, ਉਹਨਾਂ ਦੇ ਵਿੱਚ ਜ਼ੁਲਮ ਦੇ ਖਿਲਾਫ ਲੜਨ ਦੀ ਜਿਹੜੀਆਂ ਮੁਰਦਾ ਹੋ ਚੁੱਕੀਆਂ ਕੌਮਾਂ ਸਨ, ਉਹਨਾਂ ਦੇ ਅੰਦਰ ਨਵੀਂ ਰੂਹ ਕਲਗੀਧਰ ਪਿਤਾ ਮਹਾਰਾਜ ਨੇ ਫੂਕੀ ਹੈ। ਹੁਣ ਵੇਖੋ ਸਮਾਂ ਚੱਲ ਰਿਹਾ ਹੈ, ਅੱਜ ਦੇ ਸਮੇਂ ਲੋਕ ਰਾਜ ਹੈ। ਲੋਕ ਰਾਜ ਦੇ ਵਿੱਚ ਰਾਜੇ ਕਿੰਨੇ ਤੰਗ ਕਰ ਰਹੇ ਨੇ, ਆਪ ਜੀ ਦੇ ਸਾਹਮਣੇ ਹੈ ਹੁਣ ਦਾ ਸਮਾਂ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਚੱਲ ਰਿਹਾ ਹੈ। ਪਰ ਉਦੋਂ ਦੇ ਜਿਹੜੇ ਰਾਜੇ ਸਨ, ਸ਼ਖਸੀ ਰਾਜੇ ਸਨ, ਉਹਨਾਂ ਦਾ ਆਪਣਾ ਰਾਜ ਸੀ। ਉਹ ਕਿੰਨੇ ਕੁ ਜ਼ਾਲਮ ਹੋਣਗੇ ਇਹ ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਉਹਨਾਂ ਦੀ ਜੜ ਨੂੰ ਉਖਾੜਨ ਵਾਸਤੇ ਕਿਸ ਤਰੀਕੇ ਨਾਲ ਆਪਣੀ ਖਾਲਸਾ ਕੌਮ ਦੇ ਅੰਦਰ, ਖਾਲਸਾ ਪੰਥ ਦੇ ਅੰਦਰ ਮਹਾਰਾਜ ਨੇ ਸਾਧ ਸੰਗਤ ਸ਼ਕਤੀ ਭਰੀ ਔਰ ਉਹਨਾਂ ਦੇ ਅੰਦਰ ਗੁਣ ਭਰੇ ਕਿ ਤੁਸਾਂ ਨੇ ਮੈਦਾਨੀ ਜੰਗ ਵਿੱਚ ਕਿਵੇਂ ਡਟਣਾ ਹੈ, ਇਹ ਕੇਵਲ ਗੁਰੂ ਕਲਗੀਧਰ ਪਿਤਾ ਦੇ ਹਿੱਸੇ ਆਇਆ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਗਿਆ ਦੇ ਦਿੱਤੀ। ਬਾਬਾ ਅਜੀਤ ਸਿੰਘ ਜੀ ਚੱਲੇ ਨੇ ਮੈਦਾਨੇ ਜੰਗ ਦੇ ਅੰਦਰ। ਉੱਥੇ ਅੱਲਾ ਯਾਰ ਖਾਂ ਜੋਗੀ ਬੜਾ ਪਿਆਰਾ ਲਿਖਦੇ ਨੇ, ਗੜੀ ਦਾ ਦਰਵਾਜ਼ਾ ਖੁੱਲਿਆ। ਬਾਬਾ ਅਜੀਤ ਸਿੰਘ ਜੀ ਜਿਸ ਵਕਤ ਗੜੀ ਦਾ ਦਰਵਾਜ਼ਾ ਖੁੱਲਿਆ ਤੇ ਮੈਦਾਨੇ ਜੰਗ ਵਿੱਚ ਜਾਣ ਲੱਗੇ, ਲਿਖਦੇ ਨੇ ਬਚਨ, ਗੋਬਿੰਦ ਕੇ ਦਿਲਦਾਰ ਕਿਲੇ ਸੇ ਨਿਕਲ ਆਏ, वो देखिए सरकार किले से निकल आए। वो देखिए सरकार किले से निकल आए, घोड़े पे हो असवार किले से निकल आए, ले हाथ में तलवार किले से निकल आए। कहते क्या वसफ हो उस तेग का, इस तेगे ज़बान से, वो म्यां से निकली नहीं निकली ये दहां से। ਕਹਿੰਦੇ ਬਹੁਤ ਦਮਦਾਰ ਤਲਵਾਰ ਹੈ ਉਹਨਾਂ ਦੇ ਹੱਥ ਵਿੱਚ। ਫਿਰ ਉਹਨਾਂ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਮੈਦਾਨੇ ਜੰਗ ਵਿੱਚ ਸਾਧ ਸੰਗਤ ਵਿਚਰਨ ਦੇ ਬਾਬਤ ਵੀ ਬਚਨ ਲਿਖੇ ਨੇ।
ਮੈਦਾਨੇ ਜੰਗ ਦੇ ਅੰਦਰ ਸਾਧ ਸੰਗਤ ਲਿਖਦੇ ਇਤਿਹਾਸਕਾਰ ਹਰਾਵਲ ਦਸਤਾ ਇੱਕ ਪਠਾਨ ਲੈ ਕੇ ਆਇਆ ਸੀ। ਉਹ ਅੱਗੇ ਵੱਧ ਕੇ ਆਇਆ ਸੀ, ਕੱਚੀ ਗੜੀ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਸੀ। ਉਹ ਹਰਾਵਲ ਦਸਤੇ ਨੂੰ ਖਦੇੜ ਕੇ ਉਹਨਾਂ ਸਾਰਿਆਂ ਨੂੰ ਨਰਕਾਂ ਦੇ ਰਾਹ ਉੱਤੇ ਤੋਰ ਕੇ ਉਸ ਤੋਂ ਬਾਅਦ ਮਲਖਈਏ ਦੇ ਅੰਦਰ ਆਪਣੇ ਸਾਥੀਆਂ ਦੇ ਸਮੇਤ ਇਹ ਗੁਰੂ ਕਾ ਯੋਧਾ ਸੂਰਮਾ, ਗੁਰੂ ਕਾ ਲਖਤੇ ਜ਼ਿਕਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਜਾ ਵੜੇ ਸਨ। ਇਸ ਕਰਕੇ ਅੱਲਾ ਯਾਰ ਖਾਂ ਜੋਗੀ ਜੀ ਕਹਿੰਦੇ ਨੇ ਕਿ ਸ਼ਹਿਜ਼ਾਦਾ ਏ ਜੀ ਜਹ ਨੇ ਭਾਗੜ ਥੀ ਮਚਾਦੀ। ਸ਼ਹਿਜ਼ਾਦਾ ਏ ਜੀ ਜ਼ਾ ਦਾ ਮਤਲਬ ਹੁੰਦਾ ਹੈ ਪਾਤਸ਼ਾਹ ਦੇ ਪੁੱਤਰ ਨੇ। ਸ਼ਹਿਜ਼ਾਦਾ ਏ ਜੀ ਜ਼ਾ ਨੇ ਭਾਗੜ ਥੀ ਮਚਾਦੀ। ਸਤ ਕਹਿੰਦੇ ਹਨ कि ये फौज कभी ये फौज बघा दी, कभी वो फौज बघा दी। बढ़ चढ़ के तवक्को से सुजायत दिखा दी। सतगुर ने वहीं किला से बेटे को सदा दी। उथों किले तो कच्ची गड़ी तो कलगीधर महाराज ये सारे जंग का नज़ारा अपने पवित्र नेत्रां नाल तक रहे सन। इस करके किले तो आवाज दिती है महाराज ने। आवाज की दिती है जिस वक्त हजारां की तादाद में सत्थर विछा दिते ते कलगीधर सच्चे पातशाह महाराज कहंदे ने अपने लखते जिगर नूं, अपने महाराज पिसर नूं कहंदे हन। सतगुरु महाराज साहब ने आख्या शाबाश पिसर, शाबाश पिसर, खूब दलेरी से लड़े हो। हाँ क्यों ना हो, गोबिंद के फरजंद बड़े हो। साध संगत अपने साथी ਸਿੰਘਾਂ ਦੇ ਨਾਲ ਬਹੁਤ ਲੰਮਾ ਸਮਾਂ ਮੈਦਾਨੇ ਜੰਗ ਦੇ ਵਿੱਚ ਘੰਟਿਆਂ ਬੱਧੀ ਜੂਝਦਿਆਂ ਹੋਇਆਂ ਤੇ ਅਨੇਕਾਂ ਬਲਕਿ ਹਜ਼ਾਰਾਂ ਦੀ ਗਿਣਤੀ ਵਿੱਚ ਜਰਨੈਲਾਂ ਨੂੰ ਤੇ ਸਿਪਾਹੀਆਂ ਨੂੰ ਸਾਧ ਸੰਗਤ ਨਰਕਾਂ ਦੇ ਰਾਹ ਤੋਰਦਿਆਂ ਹੋਇਆਂ ਖੁਦ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ। जिस वक़्त शहादत का जाम पी गए सच्चे पातशाह महाराज दे लखते जिगर साहिबजादा जी ते गुरु कलगीधर महाराज सच्चे पातशाह जी ने जकारा छड्डिया। उस तो बाद आप जी दे दूसरे साध संगत साहिबजादे धन धन बाबा जुझार सिंह जी जिहड़े बड़े बहादुर सन ते जिहड़े तलवार दे बड़े इतिहासकार कहंदे धनी सन। ਉਹਨਾਂ ਨੇ ਆਣ ਕੇ ਕੁਝ ਸਿੰਘਾਂ ਦੇ ਨਾਲ ਮਹਾਰਾਜ ਨੂੰ ਫਤਿਹ ਬੁਲਾਈ ਤੇ ਸਾਹਿਬ ਨੂੰ ਆਖਿਆ ਮਹਾਰਾਜ ਮੈਨੂੰ ਤਿਆਰ ਕਰੋ ਮੈਦਾਨੇ ਜੰਗ ਦੇ ਅੰਦਰ ਜਾਣ ਵਾਸਤੇ। ਤੇ ਇਹ ਵੀ ਆਖਿਆ ਕਿ ਮਹਾਰਾਜ ਜੀ ਮੈਂ ਮੈਦਾਨੇ ਜੰਗ ਵਿੱਚ ਜਾਣਾ ਚਾਹੁੰਦਾ। ਉੱਥੇ ਆਪਾਂ ਨੂੰ ਇਹ ਵਿਚਾਰਨਾ ਪਵੇਗਾ ਕਿ ਮਹਾਰਾਜ ਸਾਹਿਬ ਜੀ ਦੀਆਂ ਨਜ਼ਰਾਂ ਦੇ ਸਾਹਮਣੇ ਦੋ ਹੀ ਸਾਹਿਬਜ਼ਾਦੇ ਸਨ। ਇੱਕ ਸ਼ਹਾਦਤ ਦਾ ਜਾਮ ਪੀ ਗਿਆ ਤੇ ਸਾਧ ਸੰਗਤ ਜਿਹੜੇ ਦੋ ਹਨ ਛੁਟੇਰੇ ਲਾਲ ਉਹਨਾਂ ਦਾ ਪਤਾ ਨਹੀਂ ਉਹ ਕਿੱਥੇ ਨੇ, ਇੱਕੋ ਹੀ ਰਹਿ ਗਏ ਅੱਖਾਂ ਦੇ ਸਾਹਮਣੇ। ਇਸ ਕਰਕੇ ਬੇਸ਼ੱਕ ਵੱਡੇ ਨੂੰ ਜਦੋਂ ਤੋਰ ਰਹੇ ਸਨ ਮੈਦਾਨੇ ਜੰਗ ਦੇ ਵਿੱਚ ਉਸ ਵਕਤ ਬਾਕੀ ਸਿੰਘਾਂ ਨੇ ਆਖਿਆ ਸੀ ਮਹਾਰਾਜ ਮੈਦਾਨੇ ਜੰਗ ਵਿੱਚ ਸਾਹਿਬਜ਼ਾਦੇ ਨੂੰ ਨਹੀਂ ਭੇਜਣਾ। ਤੇ ਕਲਗੀਧਰ ਪਿਤਾ ਮਹਾਰਾਜ ਨੇ ਆਖਿਆ ਤੁਸੀਂ ਸਾਰੇ ਮੇਰੇ ਸਾਹਿਬਜ਼ਾਦੇ ਹੋ, ਤੁਸੀਂ ਸਾਰੇ ਮੇਰੇ ਪੁੱਤਰ ਹੋ। ਤੇ ਹੁਣ ਜਦੋਂ ਬਾਬਾ ਜੁਝਾਰ ਸਿੰਘ ਜੀ ਨੂੰ ਤੋਰਨ ਲੱਗੇ ਹਨ ਤੇ ਫਿਰ ਉਸ ਵਕਤ ਬੇਨਤੀ ਕੀਤੀ ਹੈ ਸਿੰਘਾਂ ਨੇ। ਪਿਆਰੇ ਸਾਹਿਬਾਨ ਭਾਈ ਦਇਆ ਸਿੰਘ ਜੀ ਨੇ ਵੀ ਆਖਿਆ ਮਹਾਰਾਜ ਜੀ ਆਪ ਜੀ ਇਸ ਤਰ੍ਹਾਂ ਨਾ ਕਰੋ, ਛੋਟਿਆਂ ਦਾ ਪਤਾ ਨਹੀਂ, ਵੱਡੇ ਸਾਹਿਬਜ਼ਾਦਾ ਜੀ ਬਾਬਾ ਅਜੀਤ ਸਿੰਘ ਚੜ੍ਹਾਈ ਕਰ ਚੁੱਕੇ ਹਨ, ਇਹੀ ਇੱਕ ਲਖਤੇ ਜ਼ਿਕਰ ਤੁਹਾਡੇ ਕੋਲ ਰਹਿ ਗਿਆ ਹੈ। ਮਹਾਰਾਜ ਬਾਬਾ ਜੁਝਾਰ ਸਿੰਘ ਜੀ ਨੂੰ ਨਾ ਤੋਰੋ। ਕਲਗੀਧਰ ਪਿਤਾ ਨੇ ਆਖਿਆ ਭਾਈ ਦਇਆ ਸਿੰਘ ਜੀ ਤੁਸੀਂ ਕਿਹੜੇ ਲਖਤੇ ਜ਼ਿਕਰ ਦੀ ਗੱਲ ਕਰ ਰਹੇ ਹੋ, ਤੁਸੀਂ ਸਾਰੇ ਮੇਰੇ ਪੁੱਤਰ ਹੋ। ਸਾਧ ਸੰਗਤ ਆਖਰ ਨੂੰ ਮਹਾਰਾਜ ਨੇ ਤਿਆਰੀ ਕਰਾਈ ਹੈ ਬਾਬਾ ਜੁਝਾਰ ਸਿੰਘ ਜੀ ਹੋਰਾਂ ਦੀ। ਉੱਥੇ ਬੜੇ ਪਿਆਰੇ ਬੋਲ ਲਿਖੇ ਨੇ ਅੱਲਾ ਯਾਰ ਖਾਂ ਜੋਗੀ ਜੀ ਹਕੀਮ ਹੋਰਾਂ ਨੇ। ਉਹ ਲਿਖਦੇ ਨੇ ਭਰਰਾਈ ਸੀ ਆਵਾਜ਼ ਸੇ ਬੋਲੇ ਗੁਰੂ ਗੋਬਿੰਦ ਸਿੰਘ, ਪਾਲਾ ਹੈ ਤੁਮੇ ਨਾਜ਼ ਸੇ ਬੋਲੇ ਗੁਰੂ ਗੋਬਿੰਦ ਸਿੰਘ, रोका नहीं आगाज से बोले गुरु गोबिंद सिंह, उस नन्हे से जांबाज से बोले गुरु गोबिंद सिंह। फिर साहब ने आख्या लो आओ तन पाक पै हथियार सजा दे, छोटी सी कमा नन्ही सी तलवार सजा दे।
सब कहते हम देते हैं खंजर, उसे शमशीर समझना, नेजों की जगह दादा का तुम तीर समझना। जितने मरे उससे उन्हें बेपीर समझना, जख्म आए तो होता नहीं, जख्म आए तो होना नहीं दलगीर समझना। जब तीर कलेजे में लगे सी नहीं करना, उफ मुंह से मेरी जान कभी भी नहीं करना। साहब ने आख्या लो जाओ सिधारो, तुम्हें अल्लाह को सौंपा, मर जाओ जा मारो, तुम्हें अल्लाह को सौंपा। रब को ना बिसारो, तुम्हें अल्लाह को सौंपा। ਵੇਖੋ ਸਾਡੇ ਲਈ ਸਾਧ ਸੰਗਤ ਕਿੰਨਾ ਪੂਰਨ ਹੈ। ਮਹਾਰਾਜ ਜੀ ਕਹਿ ਰਹੇ ਨੇ, ਮੇਰੇ ਲਖਤੇ ਜ਼ਿਕਰ ਸਾਹਿਬਜ਼ਾਦਾ ਜੁਝਾਰ ਸਿੰਘ, ਮੈਦਾਨੇ ਜੰਗ ਦੇ ਵਿੱਚ ਵੀ ਤੇਰੀਆਂ ਲਬਾਂ ਤੇ ਰੱਬ ਦਾ ਨਾਂ ਹੋਣਾ ਚਾਹੀਦਾ ਹੈ। ਮੈਦਾਨੇ ਜੰਗ ਵਿੱਚ ਵੀ ਤੂੰ परमात्मा ਦਾ ਨਾਂ ਨਾ ਭੁਲਾਈ। रब को ना बिसारो, तुम्हें अल्लाह को सौंपा, सिखी को उभारो, तुम्हें अल्लाह को सौंपा। ते अल्लाह यार खां जोगी जी कहते, महाराज ने आख्या वाहे गुरु अब जंग की हिम्मत तुम्हें बख्शे, प्यासे हो जा तो जामे शहादत तुम्हें बख्शे। कलगीधर महाराज ने इस तरह नाल तैयारी कराई है। थापड़ा दे के अपने पुत्र नूं मैदाने जंग दे अंदर तोड़ दिता है। साध संगत जिस तरह नाल धन धन बाबा अजीत सिंह जी बहुत लम्मा समा जूझे ने, इसे तरह धन धन बाबा जुझार सिंह जी इतिहास ये मनदा है भी बहुत लम्मा समा दुश्मनां दे नाल लोहा लैंदे रहे हन। इस तरह कल्ला कल्ला करके सिंह शहादत दा जाम पी गया। ਅੱਖਾਂ ਦੇ ਸਾਹਮਣੇ ਹੀ ਗੁਰੂ ਮਹਾਰਾਜ ਸਾਹਿਬ ਜੀ ਦੇ ਦੋਵੇਂ ਪੁੱਤਰ ਸ਼ਹੀਦ ਹੋ ਗਏ। ਮਜਾਲ ਹੈ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਦੀਆਂ ਅੱਖਾਂ ਵਿੱਚ ਅਥਰੂ ਆਇਆ ਹੋਵੇ, ਕਿਸੇ ਤਰ੍ਹਾਂ ਦੀ ਉਦਾਸੀ ਚਿਹਰੇ ਦੇ ਉੱਪਰ ਹੋਵੇ, ਕਿਸੇ ਤਰ੍ਹਾਂ ਦਾ ਸਾਧ ਸੰਗਤ ਮਨ ਵਿੱਚ ਮਲਾਲ ਹੋਵੇ ਜਾਂ ਕੋਈ ਉਲਾਮਾ ਹੋਵੇ, ਬਲਕਿ ਇਹ ਕਹਿ ਰਹੇ ਨੇ ਪਰਮਾਤਮਾ ਨੂੰ ਕਿ ਤੇਰੀ ਅਮਾਨਤ आज मेरे ऊपर से अदा हुई, कि तेरी अमानत सी मैं तेनों अदा कर दी है। साध संगत इन्नी देर नूं कहंदे हन कि जिहड़ा सूरज है भान है वो डुब्बण लगा, दिन का चढ़ा जिहड़ा सी वो खत्म होण लगा, ते इस तरह ये जिहड़ा जंग है रुक गया। सतगुरु महाराज सच्चे पातशाह जी जिहड़े सन मैदाने जंग तो बाद गढ़ी दे विच बैठे ने। गुरु कलगीधर महाराज साहब जी ने जिथे अपने पुत्रां नूं मैदाने जंग विच तोरिया, अपने लखते जिगर खालसे नूं मैदाने जंग विच हत्थीं तैयार कर करके तोरिया। जे महाराज सच्चे पातशाह जी उस वक्त जुल्म दा नाश करन वास्ते हथियार ना चुकदे ते अज हिंदुस्तान दा नक्शा कुछ होर तरह होना सी। वो अल्लाह यार खां जोगी जी दे बोल ते है नहीं। साध संगत महाकवि भाई साहब भाई संतोख सिंह जी बड़ा प्यारा बोल लिखते ने। ਉਹਨਾਂ ਦਾ ਬੋਲ ਹੈ, ਕਹਿੰਦੇ ਨੇ ਸ਼ਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ। ਆਪ ਜੀ ਦਾ ਬਚਨ ਹੈ, ਪਾਪ ਪਰਪੱਕ ਜਾਤੇ ਧਰਮ ਤਸਕ ਜਾਤੇ, ਵਰਨ ਗਰਕ ਜਾਤੇ ਸਾਹਿਤ ਵਿਧਾਨ ਕੀ। ਆਪ ਕਹਿੰਦੇ ਦੇਵੀ ਦੇਵਤੇ ਹੋਰਾ ਸੰਤੋਖ ਸਿੰਘ ਦੂਰ ਹੋਤੇ, ਮਿਟ ਜਾਤੀ ਰੀਤ ਕਥਾ ਬੇਦਨ ਪੁਰਾਨ ਕੀ। गुरु गोबिंद सिंह पावन परम सूर, मूर्ति ना होती जो पै कृपा निधान की। इस मैदाने जंग दे अंदर अज दे दिन जिहड़ा 8 पोह दा दिन है, अज दे दिन साध संगत भाई साहब भाई मनी सिंह जी दे 3 पुत्र शहीद होए। भाई साहब जी दे 2 पुत्र भाई साहब भाई उदय सिंह जी पहला शहीद होए ने, भाई बचित्र सिंह जी शहीद हो चुके हैं। ते चमकौर दी गड़ी दे विचों भाई अनल सिंह, भाई अजब सिंह ते भाई अजैब सिंह 3 भाई साहब जी भाई मनी सिंह जी दे पुत्र सन, जिन्हां ने शहादत दा जाम पीता है। इस तो इलावा भाई किरपा राम जिहड़े गुरु तेग बहादुर महाराज साहब जी दे कोल आए सन कश्मीरी पंडितां दी अगवाई करदियां होया, क्योंकि वो रह गए सन गुरु घर सेवा करन वास्ते।
ਭੰਗਾਣੀ ਦੇ ਯੁੱਧ ਵਿੱਚ ਵੀ ਕਿਰਪਾ ਰਾਮ ਜੀ ਹੋਰਾਂ ਨੇ ਹਿੱਸਾ ਲਿਆ ਹੈ। ਭਾਈ ਜੀ ਨੇ ਅੰਮ੍ਰਿਤ ਛਕ ਲਿਆ ਸੀ ਤੇ ਕਿਰਪਾ ਸਿੰਘ ਆਪ ਜੀ ਦਾ ਨਾਂ ਸੀ। ਭਾਈ ਕਿਰਪਾ ਸਿੰਘ ਜੀ ਹੋਰਾਂ ਨੇ ਵੀ ਚਮਕੌਰ ਦੀ ਗੜੀ ਦੇ ਵਿੱਚੋਂ ਸਾਧ ਸੰਗਤ ਨਿਕਲ ਕੇ ਸ਼ਹਾਦਤ ਦਾ ਜਾਮ ਪੀਤਾ ਹੈ। ਇਸੇ ਤਰ੍ਹਾਂ ਨਾਲ ਹੋਰ ਵੀ ਅਨੇਕਾਂ ਸਿੰਘ ਜਿਹੜੇ ਸਨ ਸ਼ਹੀਦ ਹੋ ਗਏ। ਮਹਾਰਾਜ ਸੱਚੇ ਪਾਤਸ਼ਾਹ ਸਾਧ ਸੰਗਤ ਸ਼ਾਮ ਦਾ ਸਮਾਂ ਰਾਤਰੀ ਨੇ ਆਣ ਕੇ ਡੇਰੇ ਲਾਏ ਤੇ ਗਰੀਬ ਨਿਵਾਜ ਸਾਹਿਬ ਨੇ ਰਹਿ ਰਾਸ ਸਾਹਿਬ ਜੀ ਦਾ ਪਾਠ ਸਿੰਘਾਂ ਦੇ ਪਾਸੋਂ ਸੁਣਿਆ। ਸਾਰਿਆਂ ਨੇ ਇਕੱਠਿਆਂ ਹੋ ਕੇ ਰਹਿ ਰਾਸ ਸਾਹਿਬ ਜੀ ਦਾ ਪਾਠ ਕੀਤਾ, ਅਰਦਾਸ ਹੋਈ ਹੈ ਤੇ ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਾਧ ਸੰਗਤ ਪਿਆਰੇ ਸਹਿਬਾਨ ਦੇ ਵਿੱਚੋਂ 3 ਪਿਆਰੇ ਸਹਿਬਾਨ ਸ਼ਹੀਦ ਹੋ ਚੁੱਕੇ ਹਨ। 2 ਪਿਆਰੇ ਸਹਿਬਾਨ ਸ਼ਰੀਰ ਕਰਕੇ ਸੁਰਜੀਤ ਹਨ, ਭਾਈ ਸਾਹਿਬ ਭਾਈ ਦਇਆ ਸਿੰਘ ਜੀ ਤੇ ਭਾਈ ਸਾਹਿਬ ਭਾਈ ਧਰਮ ਸਿੰਘ ਜੀ। ਤੇ ਇਸ ਤਰ੍ਹਾਂ ਨਾਲ ਉਹਨਾਂ ਨੇ ਤੇ ਬਾਕੀ ਜਿਹੜੇ ਗਿਣਤੀ ਦੇ ਤਕਰੀਬਨ 5 ਤੋਂ ਲੈ ਕੇ 8 ਸਿੰਘ ਬਾਕੀ ਸਨ, ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਜੀ ਆਪ ਜੀ ਗੜੀ ਛੱਡ ਕੇ ਚਲੇ ਜਾਓ। ਤੇ ਸੱਚੇ ਪਾਤਸ਼ਾਹ ਨੇ ਆਖਿਆ ਸ਼ਹਾਦਤ ਦੇ ਜਾਮ ਤੋਂ ਮੈਂ ਵਿਰਵਾ ਨਹੀਂ ਰਹਿਣਾ ਚਾਹੁੰਦਾ, ਮੈਂ ਵੀ ਸ਼ਹਾਦਤ ਦਾ ਜਾਮ ਪੀਣਾ। ਦਿਨ ਚੜੇਗਾ ਮੈਦਾਨੇ ਜੰਗ ਵਿੱਚ ਜੂਝਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀਣਾ ਹੈ। ਪਰ ਸਾਧ ਸੰਗਤ ਫਿਰ ਮਤਾ ਪਾਇਆ ਗਿਆ ਪੰਥ ਵੱਲੋਂ। ਆ ਕੇ ਪੰਜਾਂ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਰੂਪ ਵਿੱਚ ਇਹ ਸਾਧ ਸੰਗਤ ਹੁਕਮਨਾਮਾ ਸਾਹਿਬ ਮਹਾਰਾਜ ਨੂੰ ਸੁਣਾਇਆ। ਮਹਾਰਾਜ ਜੀ ਜਿਸ ਵਕਤ ਆਪ ਜੀ ਨੇ ਪੰਜਾਂ ਕੋਲੋਂ ਅੰਮ੍ਰਿਤ ਛਕਿਆ ਸੀ ਤੇ ਤੁਸਾਂ ਨੇ ਆਖਿਆ ਸੀ ਬਚਨ ਕੇ ਪੰਜ ਪ੍ਰਧਾਨੀ ਪ੍ਰਣਾਲੀ ਚਲਾ ਦਿੱਤੀ ਹੈ ਤੇ 5 ਹੀ ਅਗਵਾਈ ਕਰਿਆ ਕਰਨਗੇ। ਮਹਾਰਾਜ ਨੇ ਆਖਿਆ ਹਾਂ ਸਤਿਗੁਰੂ ਮਹਾਰਾਜ ਅੱਜ ਆਪ ਜੀ ਦੇ ਸਾਹਮਣੇ ਤੁਹਾਡੇ ਸੇਵਕ 5 ਖਲੋਤੇ ਹਨ ਤੇ ਅਸੀਂ ਆਪ ਜੀ ਨੂੰ ਇਹ ਹੁਕਮ ਕਰਦੇ ਹਾਂ ਬੇਨਤੀ ਰੂਪ ਵਿੱਚ ਮਹਾਰਾਜ ਆਪ ਜੀ ਨੇ ਇਸ ਗੜੀ ਨੂੰ ਛੱਡ ਕੇ ਜਾਣਾ ਹੈ। ਸਤਿਗੁਰੂ ਮਹਾਰਾਜ ਉਹਨਾਂ ਦੇ ਬਚਨਾਂ ਅੱਗੇ ਕੁਝ ਨਾ ਬੋਲ ਸਕੇ। ਸਾਧ ਸੰਗਤ ਦੂਸਰਾ ਪੰਥ ਨੇ ਫੈਸਲਾ ਇਹ ਲਿਆ ਕਿ ਸਤਿਗੁਰੂ ਮਹਾਰਾਜ ਇਕੱਲੇ ਨਹੀਂ ਨਿਕਲਣਗੇ। ਗੜੀ ਦੇ ਵਿੱਚੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ 3 ਹੋਰ ਸਿੰਘ ਨਿਕਲਣਗੇ। ਉਹਨਾਂ ਦੇ ਨਾਂ ਨੇ ਪਿਆਰੇ ਸਹਿਬਾਨ ਭਾਈ ਦਇਆ ਸਿੰਘ ਜੀ, ਪਿਆਰੇ ਸਹਿਬਾਨ ਭਾਈ ਸਾਹਿਬ ਭਾਈ ਧਰਮ ਸਿੰਘ ਜੀ ਤੇ ਤੀਸਰੇ ਹਨ ਭਾਈ ਮਾਨ ਸਿੰਘ ਜੀ। ਸਤਿਗੁਰੂ ਮਹਾਰਾਜ ਨੇ ਪੰਥ ਦੇ ਹੁਕਮ ਦੇ ਅੱਗੇ ਸਾਧ ਸੰਗਤ ਸਿਰ ਝੁਕਾ ਦਿੱਤਾ ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜਾ ਹੁਕਮ ਹੈ ਪੰਥ ਦਾ ਇਹਨੂੰ ਤਕਰੀਬਨ ਅੱਧੀ ਰਾਤ ਦੇ ਸਮੇਂ ਅੰਜਾਮ ਦਿੱਤਾ। ਕੱਚੀ ਗੜੀ ਦੇ ਵਿੱਚੋਂ ਗੁਰੂ ਕਲਗੀਧਰ ਪਿਤਾ ਜੀ ਮਹਾਰਾਜ ਪੱਛਮ ਦਿਸ਼ਾ ਵੱਲ ਨੂੰ ਨੇਜੇ ਦੇ ਸਹਾਰੇ ਦੇ ਨਾਲ ਉਤਰੇ ਨੇ, ਬਾਕੀ ਸਿੰਘ ਵੀ ਉਤਰੇ ਹਨ। ਇਸ ਤਰ੍ਹਾਂ ਮਹਾਰਾਜ ਸਾਹਿਬ ਨੇ ਬਚਨ ਆਖਿਆ। 100 ਸਾਖੀ ਦੇ ਵਿੱਚ ਬਚਨ ਲਿਖਿਆ ਹੈ। ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਨੇ ਆਖਿਆ ਕਿ ਅਸੀਂ ਇਸ ਗੜੀ ਦੇ ਵਿੱਚੋਂ ਕੈਰਾਂ ਦੀ ਤਰ੍ਹਾਂ ਨਹੀਂ ਨਿਕਲਣਾ, ਬਲਕਿ ਦੁਸ਼ਮਣ ਨੂੰ ਲਲਕਾਰ ਕੇ ਨਿਕਲਣਾ, ਤਾੜੀ ਮਾਰ ਕੇ। ਗੁਰੂ ਮਹਾਰਾਜ ਸਾਹਿਬ ਨੇ ਬਚਨ ਆਖਿਆ। 100 ਸਾਖੀ ਵਿੱਚ ਇਹ ਬਚਨ ਲਿਖਿਆ ਹੈ। ਮਹਾਰਾਜ ਜੀ ਕਹਿੰਦੇ ਨੇ ਗਿਆ ਹਿੰਦ ਪੀਰ ਕੇ ਤਾਲੀ ਵਜਾਈ, ਗਰੀਬ ਨਵਾਜ ਨੇ ਤਾੜੀ ਵਜਾਈ ਹੈ। ਉੱਥੇ ਗੁਰਦੁਆਰਾ ਸਾਹਿਬ ਤਾੜੀ ਸਾਹਿਬ ਇਸੇ ਕਰਕੇ ਬਣਿਆ ਹੋਇਆ ਹੈ। ਮਹਾਰਾਜ ਨੇ ਤਾੜੀ ਵਜਾਈ ਤੇ ਇਹ ਆਖਿਆ ਹਿੰਦ ਦਾ ਪੀਰ ਜਾ ਰਿਹਾ ਹੈ। ਤੇ ਸਾਧ ਸੰਗਤ ਇੰਨੀ ਗੱਲ ਕਹਿ ਕੇ ਮਹਾਰਾਜ ਪੱਛਮ ਦਿਸ਼ਾ ਵੱਲ ਨੂੰ ਛੇਤੀ ਛੇਤੀ ਕਦਮਾਂ ਦੇ ਨਾਲ ਅੱਗੇ ਵੱਧ ਗਏ। ਜਿਹੜੇ ਨਾਲ ਗੁਰੂ ਮਹਾਰਾਜ ਸਾਹਿਬ ਜੀ ਦੇ ਸਿੰਘ ਨਿਕਲੇ ਸਨ, ਇਹਨਾਂ ਵਿੱਚੋਂ ਇੱਕ ਤੇ ਚੁੱਪ ਚਪੀਤਾ ਮਹਾਰਾਜ ਦੇ ਪਿੱਛੇ ਚੱਲ ਪਿਆ ਤੇ ਦੂਸਰੇ ਜਿਹੜੇ ਸਿੰਘ ਜੀ ਸਨ ਉਹਨਾਂ ਨੇ ਸਾਧ ਸੰਗਤ ਉੱਤਰ ਦਿਸ਼ਾ ਵੱਲ ਨੂੰ ਉੱਚੀ ਉੱਚੀ ਆਵਾਜ਼ ਮਾਰ ਕੇ ਆਖਿਆ ਇੱਧਰ ਨੂੰ ਜਾ ਰਹੇ ਹਨ, ਇੱਧਰ ਨੂੰ ਜਾ ਰਹੇ ਹਨ। ਤੇ ਜਿਹੜਾ ਤੀਸਰਾ ਸੀ ਉਹਨੇ ਦੱਖਣ ਦਿਸ਼ਾ ਵੱਲ ਨੂੰ ਮੂੰਹ ਕਰਕੇ ਆਖਿਆ ਇੱਧਰ ਜਾ ਰਹੇ ਨੇ, ਇੱਧਰ ਜਾ ਰਹੇ ਨੇ। ਜਿਹੜੇ ਸੁੱਤੇ ਪਿਆ ਹੋਇਆ ਸੀ ਮਲਖਈਆ, ਦਿਨ ਭਰ ਦਾ ਥੱਕਿਆ ਹੋਇਆ ਸਿਪਾਹੀ ਤੇ ਜਰਨੈਲ, ਉਹ ਉੱਬੜਵਾਏ ਉੱਠੇ। ਗੁਰੂ ਮਹਾਰਾਜ ਦੇ ਸਿੰਘ ਉਨੀ ਦੇਰ ਨੂੰ ਕਾਫੀ ਅੱਗੇ ਲੰਘ ਚੁੱਕੇ ਸਨ। ਜਿਹੜਾ ਮਹਾਰਾਜ ਸਾਹਿਬ ਨੇ ਕੱਚੀ ਗੜੀ ਛੱਡੀ ਹੈ ਉਹਦਾ ਆਪ ਮਹਾਰਾਜ ਸਾਹਿਬ ਨੇ ਜ਼ਫਰਨਾਮੇ ਦੇ ਵਿੱਚ ਜ਼ਿਕਰ ਕੀਤਾ ਹੈ। ਮਹਾਰਾਜ ਸਾਹਿਬ ਜੀ ਦਾ ਇੱਕ ਬਚਨ ਹੈ, ਜਦੋਂ ਚਮਕੌਰ ਸਾਹਿਬ ਛੱਡਿਆ, ਸਤਿਗੁਰੂ ਜੀ ਕਹਿੰਦੇ ਨੇ ਨਾ ਪੇਚੀਦਾ ਮੂਏ ਨਾ ਰਜ਼ੀਂਦਾ ਤਨ। ਸਾਹਿਬ ਕਹਿੰਦੇ ਕਿ ਬੇਰੂ ਖੁਦ ਆਬੁਰਦ ਦੁਸ਼ਮਣ ਸ਼ਿਕਨ। ਗਰੀਬ ਨਵਾਜ ਨੇ ਆਖਿਆ ਸਾਡਾ ਵਾਲ ਵੀ ਵਿੰਗਾ ਨਹੀਂ ਹੋਇਆ। ਇਹ ਮਹਾਰਾਜ ਦੇ ਆਪਣੇ ਬਚਨ ਨੇ ਕਿ ਸਾਰਾ ਦਿਨ ਜੰਗ ਦੇ ਵਿੱਚ ਲੰਘਿਆ ਹੈ,
ਸਾਧ ਸੰਗਤ ਮਹਾਰਾਜ ਨੂੰ ਅੱਜ 3 ਦਿਨ ਹੋ ਗਏ ਨੇ। 3 ਦਿਨ ਇਸ ਕਰਕੇ ਕਿਉਂਕਿ ਤੀਸਰਾ ਦਿਨ ਜਿਹੜਾ ਪਿੱਛੇ ਆਨੰਦਪੁਰ ਸਾਹਿਬ ਤਿਆਰੀ ਦੇ ਵਿੱਚ ਲੰਘਿਆ, 2 ਦਿਨ ਰਸਤੇ ਵਿੱਚ ਲੰਘ ਚੁੱਕੇ ਨੇ ਜਾਗਦਿਆਂ ਤੇ 2 ਰਾਤਾਂ ਲੰਘ ਚੁੱਕੀਆਂ ਹਨ। ਇਸ ਤਰ੍ਹਾਂ ਇਹ ਤੀਜੀ ਰਾਤ ਆ ਗਈ ਹੈ। ਇਹ ਲੰਮਾ ਸਮਾਂ ਹੈ, ਬਹੁਤ ਲੰਮਾ ਸਮਾਂ। ਤਕਰੀਬਨ ਆਪਾਂ ਕਹਿ ਸਕਦੇ ਹਾਂ ਸਾਧ ਸੰਗਤ 90 ਤੋਂ ਲੈ ਕੇ 100 ਘੰਟਾ ਬਤੀਤ ਚੁੱਕਾ ਹੈ। ਦੁਨੀਆ ਵਿੱਚ ਇੱਕ ਵੀ ਉਦਾਹਰਨ ਨਹੀਂ ਇਸ ਤਰ੍ਹਾਂ ਦੀ ਮਿਲਦੀ ਕਿ ਦੁਨੀਆ ਵਿੱਚ ਕੋਈ ਇਸ ਤਰ੍ਹਾਂ ਦਾ ਜਰਨੈਲ, ਕੋਈ ਕਮਾਂਡਰ ਹੋਇਆ ਹੋਵੇ ਜਿਹੜਾ 90 ਤੋਂ ਲੈ ਕੇ 100 ਘੰਟੇ ਲਗਾਤਾਰ ਜੰਗ ਦੇ ਵਿੱਚ ਜੂਝਦਿਆਂ ਜਿੰਨੇ ਸਮਾਂ ਲੰਘਾਇਆ ਹੋਵੇ। ਧੰਨ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਕਹਿੰਦੇ, ਨਾ ਪੇਚੀਦਾ ਮੂਏ ਨਾ ਰੰਜੀਂਦਾ ਤਨ, ਕਿ ਬੇਰੂ ਖੁਦ ਅਵੁਰਦ ਦੁਸ਼ਮਨ ਸ਼ਿਕਾਨਾ। ਸਾਹਿਬ ਕਹਿੰਦੇ ਨਾ ਸਾਡਾ ਵਾਲ ਵਿੰਗਾ ਹੋਇਆ, ਮਹਾਰਾਜ ਕਹਿੰਦੇ ਨਾ ਰੱਤਾ ਮਾਤਰ ਸਾਡੇ ਤਨ ਦੇ ਉੱਤੇ ਜਾਂ ਸਰੀਰ ਤੇ ਉਦਾਸੀ ਆਈ, ਤੇ ਮਹਾਰਾਜ ਕਹਿੰਦੇ ਬਲਕਿ ਸ਼ਤਰੂ ਹੀ ਹਾਰਿਆ। ਇਸ ਤਰ੍ਹਾਂ ਮਹਾਰਾਜ ਗਰੀਬ ਨਵਾਜ ਨੇ ਸਾਧ ਸੰਗਤ ਲਲਕਾਰ ਕੇ ਚਮਕੌਰ ਸਾਹਿਬ ਦੀ ਗੜੀ ਨੂੰ ਛੱਡ ਦਿੱਤਾ। ਦੁਸ਼ਮਣ ਨੂੰ ਲਲਕਾਰ ਕੇ ਨਿਕਲੇ, ਕਹਿਰਾਂ ਦੀ ਭਾਂਤੀ ਨਹੀਂ ਮਹਾਰਾਜ ਨੇ ਗੜੀ ਨੂੰ ਛੱਡਿਆ। ਤੇ ਸਾਧ ਸੰਗਤ ਉਸ ਵਕਤ ਦੁਸ਼ਮਣ ਉੱਬੜ ਵਾਏ ਉੱਠਿਆ, ਉਹਨਾਂ ਨੇ ਹਮਲਾ ਕੀਤਾ। ਜਿਹੜੇ ਸਿਪਾਹੀ ਗੁਰੂ ਕਲਗੀਧਰ ਮਹਾਰਾਜ ਸਾਹਿਬਾਂ ਨੂੰ ਭੱਜੇ ਜਾ ਰਹੇ ਸਨ, ਸਿਪਾਹੀਆਂ ਨੇ, ਉਹਨਾਂ ਮੁਗਲ ਫੌਜਾਂ ਨੇ ਆਪਣੇ ਸਿਪਾਹੀਆਂ ਨੂੰ ਗੁਰੂ ਮਹਾਰਾਜ ਦੇ ਸਿੱਖ ਜਾਣ ਕੇ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਭੁਲੇਖਾ ਐਸਾ ਪਿਆ, ਰਾਤ ਦੇ ਹਨੇਰੇ ਦੇ ਅੰਦਰ ਜਿਹੜੀਆਂ ਮਸ਼ਾਲਾਂ ਜਗਾਈਆਂ ਵੀ ਮਸ਼ਾਲਚੀਆਂ ਨੇ, ਉਹ ਕਲਗੀਧਰ ਪਿਤਾ ਮਹਾਰਾਜ ਨੇ ਤੀਰ ਮਾਰ ਮਾਰ ਕੇ ਉਹ ਮਸ਼ਾਲਚੀਆਂ ਨੂੰ ਮਾਰ ਦਿੱਤਾ ਤੇ ਬੁਝ ਗਈਆਂ ਮਸਾਲਾਂ। ਫਿਰ ਸਾਧ ਸੰਗਤ ਆਪਸ ਵਿੱਚ ਲੜ ਪਿਆ ਮੁਲਖਈਆ, ਬਹੁਤ ਘਮਸਾਨ ਦਾ ਰਾਤ ਨੂੰ ਹੀ ਯੁੱਧ ਹੋਇਆ, ਪਰ ਆਪਸ ਵਿੱਚ ਹੀ ਕਟਾ ਵੱਢੀ ਕਰਕੇ ਬਹੁਤ ਸਾਰਾ ਦੁਸ਼ਮਣ ਇੱਕ ਦੂਜੇ ਨੂੰ ਮਾਰਦਿਆਂ ਹੋਇਆ ਸਾਧ ਸੰਗਤ ਮਰ ਗਿਆ। ਇਸ ਤਰ੍ਹਾਂ ਨਾਲ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਕੱਚੀ ਗੜੀ ਨੂੰ ਛੱਡਿਆ। ਕੱਚੀ ਗੜੀ ਜਿਹੜੀ ਹੈ ਉਹਦੇ ਬਾਬਤ ਅੱਲਾ ਯਾਰ ਖਾਂ ਜੋਗੀ ਜੀ ਦਾ ਇੱਕ ਪਿਆਰਾ ਬਚਨ, ਉਹ ਬਹੁਤ ਜ਼ਰੂਰੀ ਹੈ ਵਿਚਾਰਨਾ। ਉਹ ਕਹਿੰਦੇ ਨੇ, ਬਸ ਏਕ ਹਿੰਦ ਮੈਂ ਤੀਰਥ ਹੈ ਯਾਤਰਾ ਕੇ लिए, कटाए थे बाप ने बच्चे जहां खुदा के लिए। ਇਹ ਕੋਈ ਤੀਰਥ ਸਥਾਨ ਹੈ, ਹਿੰਦੁਸਤਾਨ ਵਾਸੀਓ ਯਾਦ ਰੱਖਿਓ। ਕਹਿੰਦੇ ਹਿੰਦ ਦੇ ਵਿੱਚ ਕੋਈ ਤੀਰਥ ਸਥਾਨ ਹੈ, ਜੇ ਕਿਸੇ ਨੇ ਯਾਤਰਾ ਕਰਨੀ ਹੈ ਉਹ ਯਾਤਰਾ ਦੇ ਵਾਸਤੇ ਤੀਰਥ ਅਸਥਾਨ ਹੈ ਚਮਕੌਰ ਸਾਹਿਬ ਦੀ ਗੜੀ। ਸਾਧ ਸੰਗਤ ਮਹਾਰਾਜ ਸਾਹਿਬ ਜੀ ਨਿਕਲ ਤੁਰੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਚਲਦਿਆਂ ਚਲਦਿਆਂ ਰਾਤ ਪਥਰੀਲੀ ਜ਼ਮੀਨ ਦੇ ਉੱਪਰੋਂ ਝਾੜੀਆਂ ਚੰਬਾਂ ਅੱਕਾਂ ਦੇ ਵਿੱਚੋਂ ਬੇਰੀਆਂ ਦੀਆਂ ਝੁੰਡਾਂ ਵਿੱਚੋਂ ਲੰਘਦਿਆਂ ਹੋਇਆਂ ਬਹੁਤ ਮੁਸ਼ਕਲ ਘਾਟੀ ਦੇ ਵਿੱਚੋਂ, ਕਿਉਂਕਿ ਰਸਤੇ ਦੇ ਵਿੱਚ ਸਾਹਿਬ ਜੀ ਦਾ ਬਾਣਾ ਲੀਰੋ ਲੀਰ ਹੋ ਗਿਆ, ਕੰਡਿਆਂ ਦੇ ਨਾਲ ਝਾੜੀਆਂ ਨਾਲ ਅੜ ਅੜ ਕੇ। ਚਰਨ ਸਾਹਿਬ ਦੇ ਨੰਗੇ ਸਨ, ਇਸ ਕਰਕੇ ਪੈਰਾਂ ਵਿੱਚ ਛਾਲੇ ਹੋ ਗਏ, ਕੰਡੇ ਵੱਜ ਵੱਜ ਬਹੁਤ ਪਵਿੱਤਰ ਲਹੂ ਨਿਕਲਿਆ ਚਰਨਾਂ ਦੇ ਵਿੱਚੋਂ। ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਨਾਲ ਚੱਲਦਿਆਂ ਹੋਇਆਂ ਸਾਧ ਸੰਗਤ ਅੱਗੇ ਪਹੁੰਚ ਗਏ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਜਦੋਂ ਮਹਾਰਾਜ ਨੇ ਕੱਚੀ ਗੜੀ ਛੱਡੀ ਹੈ, ਉਸ ਵਕਤ ਭਾਈ ਸੰਤ ਸਿੰਘ ਜੀ ਨੂੰ ਆਪਣੀ ਕਲਗੀ ਸਜਾਈ ਹੈ, ਜਿਨ੍ਹਾਂ ਦਾ ਚਿਹਰਾ ਮੋਹਰਾ ਮਹਾਰਾਜ ਦੇ ਨਾਲ ਰਲਦਾ ਸੀ। ਤੇ ਗਰੀਬ ਨਿਵਾਜ ਨੇ ਆਖਿਆ, ਨਗਾਰਾ ਵਜਾਉਂਦੇ ਰਹਿਣਾ, ਇੱਥੇ ਤੁਸਾਂ ਨੇ ਸ਼ਹਾਦਤ ਦਾ ਜਾਮ ਪੀਣਾ ਹੈ ਤੇ ਇਸ ਤਰ੍ਹਾਂ ਨਾਲ ਆਪਣੇ ਜਨਮ ਨੂੰ ਸਫਲਿਆਂ ਕਰਨਾ ਹੈ। ਫਿਰ ਦੁਸ਼ਮਣ ਜਦੋਂ ਕੱਚੀ ਗੜੀ ਦੇ ਉੱਤੇ ਚੜ੍ਹ ਕੇ ਆਇਆ, ਇਹ ਜਿਹੜੇ ਬਾਕੀ ਸਿੰਘ ਰਹੇ ਸਨ ਉਹ ਮਹਾਰਾਜ ਦੀ ਕਿਰਪਾ ਦੇ ਨਾਲ ਪੂਰੇ ਜੀ ਜਾਨ ਦੇ ਨਾਲ ਉਹ ਲੜੇ ਤੇ ਉਹ ਮੈਦਾਨੇ ਜੰਗ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਗਏ, ਸੱਚਖੰਡ ਪਿਆਨਾ ਕਰ ਗਏ। ਤੇ ਸਾਧ ਸੰਗਤ ਦੁਸ਼ਮਣ ਬੜਾ ਖੁਸ਼ ਸੀ ਕਿ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਾਰ ਲਿਆ, ਪਰ ਉਹ ਭਾਈ ਸਾਹਿਬ ਭਾਈ ਸੰਤ ਸਿੰਘ ਜੀ ਸਨ। ਇਸ ਕਰਕੇ ਵਜ਼ੀਰ ਖਾਂ ਬਹੁਤ ਨਮੋਸ਼ੀ ਦੇ ਵਿੱਚ ਆਇਆ ਜਦੋਂ ਉਹਨੂੰ ਇਹ ਗੱਲ ਦਾ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨਿਕਲ ਚੁੱਕੇ ਹਨ। ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਚਲਦਿਆਂ ਚਲਦਿਆਂ ਗੁਲਾਬੇ ਮਸੰਦ ਦੇ ਬਾਗ ਵਿੱਚ ਚਲੇ ਗਏ। ਉੱਥੇ ਸੱਚੇ ਪਾਤਸ਼ਾਹ ਮਹਾਰਾਜ ਨੇ ਜਾ ਕੇ ਸੱਦ ਗਾਇਆ। ਗਰੀਬ ਨਵਾਜ ਨੇ ਇੱਟ ਦਾ ਸਰਾਣਾ ਲਿਆ ਹੋਇਆ ਔਰ ਆਰਾਮ ਫਰਮਾ ਰਹੇ ਨੇ। ਉੱਥੇ ਹੀ ਆ ਕੇ ਗਰੀਬ ਨਵਾਜ ਨੂੰ ਪਿਆਰੇ ਸਹਿਬਾਨ ਭਾਈ ਦਇਆ ਸਿੰਘ ਜੀ, ਪਿਆਰੇ ਸਹਿਬਾਨ ਭਾਈ ਸਾਹਿਬ ਭਾਈ ਧਰਮ ਸਿੰਘ ਜੀ
ਤੇ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਤੇ ਚੌਥੇ ਭਾਈ ਰਾਮ ਸਿੰਘ ਜੀ, ਜਿਹੜੇ ਭਾਈ ਬਚਿੱਤਰ ਸਿੰਘ ਜੀ ਦੇ ਸੁਪੁੱਤਰ ਸਨ ਤੇ ਭਾਈ ਬਚਿੱਤਰ ਸਿੰਘ ਜੀ ਦੇ ਨਾਲ ਮੈਦਾਨੇ ਜੰਗ ਵਿੱਚ ਜੂਝ ਰਹੇ ਸਨ ਮਲਕਪੁਰ ਰੰਗੜਾ ਵਿਖੇ। ਉਥੋਂ ਬਚ ਗਏ ਸਨ ਤੇ ਇਸ ਤਰ੍ਹਾਂ ਚਲਦਿਆਂ ਚਲਦਿਆਂ ਅਚਨਚੇਤ ਆ ਕੇ ਗੁਰੂ ਮਹਾਰਾਜ ਸਾਹਿਬ ਨੂੰ ਮਿਲ ਪਏ ਸਨ। ਸਾਧ ਸੰਗਤ ਗਰੀਬ ਨਵਾਜ ਨੇ ਉੱਥੇ ਸੱਦ ਗਾਇਆ ਵਾਹਿਗੁਰੂ ਦੀ ਯਾਦ ਵਿੱਚ, ਜਿੱਥੋਂ ਚੜ੍ਹਦੀ ਕਲਾ ਦੇ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਬੋਲਾਂ ਦੇ ਦੀਦਾਰ ਹੁੰਦੇ ਹਨ ਤੇ ਪਤਾ ਲੱਗਦਾ ਮਹਾਰਾਜ ਇੰਨਾ ਕੁਝ ਹੋ ਜਾਣ ਤੋਂ ਬਾਅਦ ਵੀ ਵਾਹਿਗੁਰੂ ਦੀ ਯਾਦ ਦੇ ਵਿੱਚ ਹਨ ਤੇ ਚੜ੍ਹਦੀ ਕਲਾ 'ਚ ਨੇ। ਸਾਹਿਬ ਜੀ ਕਹਿ ਰਹੇ ਹਨ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਤੇਰੇ ਤੋਂ ਬਿਨਾ ਪਿਆਰਿਆ ਸਾਈਆਂ, ਤੁਧ ਬਿਨ ਰੋਗ ਰਜਾਈਆਂ ਦਾ ਓਡਣਾ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ 70 ਚੰਗਾ, ਪੱਠ ਕੀੜਿਆਂ ਦਾ ਰਹਿਣਾ, ਯਾਰੜੇ ਦਾ ਸਾਨੂੰ 70 ਚੰਗਾ, ਪੱਠ ਕੀੜਿਆਂ ਦਾ ਰਹਿਣਾ। ਇਹਦੇ ਨਾਲ ਹੀ ਵਕਤ ਹੋ ਗਿਆ। ਕੱਲ ਨੂੰ ਇੱਥੋਂ ਹੀ ਆਪਾਂ ਇਤਿਹਾਸ ਦੀ ਲੜੀ ਨੂੰ ਅੱਗੇ ਤੋਰਾਂਗੇ। ਕੱਲ ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦਾ ਪਵਿੱਤਰ ਇਤਿਹਾਸ ਵਿਚਾਰਾਂਗੇ ਜੀ। ਅੱਜ ਹੋਈਆਂ ਬੇਅੰਤ ਭੁੱਲਾਂ ਲਈ ਖਿਮਾ ਬਖਸ਼ੋ। ਗੁਰੂ ਕਲਗੀਧਰ ਮਹਾਰਾਜ ਦਰੋਂ ਕਰੋ ਸਭ ਨੂੰ ਸਿੱਖੀ ਦੀ ਦਾਤ ਬਖਸ਼ ਕੇ ਨਵਾਜਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।